ਸਾਡੇ ਆਪਣਾ ਪਰਿਵਾਰ है, सानू दुख लगता है भी असीं एक बाबे नानक दे झंडे थल्ले इकट्ठे हाँ ते तुसीं इन्हां नूं एक वखरे रस्ते ते खड़ रहे जे। तुसीं ਕਹਿੰਦੇ ਜੇ ਆਪਾਂ ठीक कर ਦਿੰਦੇ ਆ। ਇਹਨਾਂ ਦੇ ਇਹ ਪੋਸਟਰ ਵੀ ਪਿੱਛੇ ਜੀ ਬੜੇ ਪੜੇ ਸੀ ਵੀ ਇਹ ਮੁਰਦਿਆਂ ਦੇ ਵਿੱਚ ਜਾਨ ਪਾ ਦਿੰਦੇ ਆ ਤੇ ਇਹੋ ਜਿਹੇ ਪਖੰਡਵਾਦਾਂ ਦੇ ਨਾਲ ਇਹਨਾਂ ਨੇ ਜੁੜਨਾ। ਮੈਂ ਇੱਕੋ ਗੱਲ ਕਹਿਣਾ ਤੁਹਾਡੇ ਚੈਨਲ ਰਾਹੀਂ ਇਹਨਾਂ ਨੂੰ ਕਹਿ ਦਿੰਦਾ ਆ ਵੀ ਅਸੀਂ 2 ਮਰੀਜ਼ ਦੇਵਾਂਗੇ। ਤੁਸੀਂ ਕਹਿੰਦੇ ਜੇ ਨਾ ਵੀ ਆਪਾਂ ਮੁਰਦਿਆਂ 'ਚ ਜਾਨ ਪਾ ਦਿੰਦੇ, ਮੁਰਦੇ ਵੀ ਨਹੀਂ ਲਿਆਵਾਂਗੇ। ਤੁਸੀਂ ਕਹਿੰਦੇ ਜੇ ਵੀ ਵੀਲ ਚੇਅਰ ਤੇ 20 ਸਾਲ ਦੇ ਹੀ ਉਹਨਾਂ ਨੂੰ ਜਿਹੜੇ ਵੀਲ ਚੇਅਰ ਤੇ ਉਹਨਾਂ ਨੂੰ ਅਸੀਂ ਭੱਜਣ ਲਾਤਾ, ਆਪਾਂ ਉਹੋ ਜਿਹੇ ਵੀ ਨਹੀਂ ਲਿਆਵਾਂਗੇ। ਆਪਾਂ ਆਪਣੀ ਮਰਜ਼ੀ ਦੇ 2 ਲੈ ਆਵਾਂਗੇ, ਪਿੰਗਲਵਾੜੇ 'ਚੋਂ ਭਾਵੇਂ ਲੈ ਆਈਏ। ਉਹਨਾਂ ਨੂੰ ਤੁਸੀਂ ਠੀਕ ਕਰ ਦਿਓ, ਤੁਸੀਂ ਜੋ ਕਹੋਗੇ ਅਸੀਂ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨਦੇ। ਮੈਂ ਇੱਕ ਗੱਲ ਕਰ ਦਿੰਦਾ ਵੀ ਇਹਨਾਂ ਦੇ ਇਹੋ ਜਿਹੇ ਪਾਦਰੀ ਆ ਜਿਨ੍ਹਾਂ ਨੂੰ ਸ਼ੂਗਰ ਆ, ਜਿਨ੍ਹਾਂ ਦੇ ਗੋਡਿਆਂ ਦੇ ਪ੍ਰੈਸ਼ਨ ਹੋਏ ਆ, ਜਿਨ੍ਹਾਂ ਦੀ ਅੱਖਾਂ ਦੀ ਨਿਗਾਹ ਚਲੀ ਗਈ ਹੈ। ਪਾਦਰੀਆਂ ਦੀ ਗੱਲ ਜਿਹੜੇ ਕਹਿੰਦੇ ਅਸੀਂ ਦਵਾਵਾਂ ਕਰਕੇ ਤੁਹਾਡੀਆਂ ਰਸੋਲੀਆਂ ਠੀਕ ਕਰ ਦਾਂਗੇ, ਅੰਦਰ ਹੀ ਖੋਰ ਦਾਂਗੇ, ਤੁਹਾਡੇ ਪੱਥਰੀਆਂ ਅੰਦਰ ਹੀ ਖੋਰ ਦਾਂਗੇ, ਤੁਹਾਨੂੰ ਪ੍ਰਸ਼ਨ ਦੀ ਲੋੜ ਹੀ ਨਹੀਂ ਪੈਣੀ। ਉਹ ਪ੍ਰਸ਼ਨ ਕਰਾਉਂਦੇ ਫਿਰਦੇ ਨੇ, ਉਹਨਾਂ ਦੇ BP ਵਧੇ ਪਏ ਨੇ, ਉਹਨਾਂ ਨੂੰ ਸ਼ੂਗਰ ਹੋਈ ਪਈ ਆ, ਉਹਨਾਂ ਦੀ ਅੱਖਾਂ ਦੀ ਨਿਗਾਹ ਚਲੀਆਂ ਗਈਆਂ ਨੇ। ਇਹ ਆਪ ਤੇ ਖੁਦ ਠੀਕ ਨਹੀਂ ਤੇ ਕਿਸੇ ਨੂੰ ਕੀ ਠੀਕ ਕਰ ਲੈਣਗੇ। ਭਾਈ ਨੰਦ ਲਾਲ ਜੀ ਜਿਹਦਾ ਧਰਮ ਖਤਰੇ ਦੇ ਵਿੱਚ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਬਚਾਇਆ ਤੇ ਉਹਨੇ ਵੇਖਿਆ ਤੇ ਆਖਿਆ ਗੁਰੂ ਸਾਹਿਬ ਜੀ ਮੈਨੂੰ ਸਿੰਘ ਸਜਾ ਦਿਓ, ਅਖੰਡੇ ਬਾਟੇ ਦਾਤ ਦੇ ਦਿਓ, ਮੈਂ ਵੀ ਸਿੰਘ ਬਣਨਾ ਚਾਹੁੰਦਾ। ਤੇ ਮੇਰੇ ਗੁਰੂ ਸਾਹਿਬ ਨੇ ਪਤਾ ਕੀ ਕਿਹਾ ਸੀ ਭਾਈ ਨੰਦ ਲਾਲ, ਭਾਈ ਨੰਦ ਲਾਲ ਜੀ ਸਿਰ ਸਾਡੇ 'ਚ ਤੇ ਔਰੰਗਜ਼ੇਬ 'ਚ ਕੋਈ ਫਰਕ ਨਹੀਂ ਰਹਿ ਜਾਣਾ। ਤੇਰਾ ਧਰਮ ਔਰੰਗਜ਼ੇਬ ਬਦਲਣਾ ਚਾਹੁੰਦਾ ਸੀ ਤੇ ਤੂੰ ਸਾਡੀ ਸ਼ਰਨ 'ਚ ਆਇਆ ਤੇ ਅਸੀਂ ਤੇਰਾ ਧਰਮ ਬਚਾਇਆ ਤੇ ਤੂੰ ਆਪਣੇ ਧਰਮ 'ਚ ਰਵੇ। ਤੇ ਜੇ ਅਸੀਂ ਤੇਰੀ ਮਜਬੂਰੀ ਦਾ ਫਾਇਦਾ ਲਗਾ ਕੇ ਤੇ ਅਸੀਂ ਤੈਨੂੰ ਸਿੰਘ ਸਜਾਤਾ ਤੇ ਲੋਕਾਂ ਨੇ ਕਹਿਣਾ ਕਲਗੀਆਂ ਵਾਲੇ ਨੇ ਇਹਦਾ ਧਰਮ ਬਦਲ ਦਿੱਤਾ। ਇਹ ਆਪਣਿਆਂ ਦਾ ਕਿਉਂ ਨਹੀਂ ਸੋਚਦੇ? ਜਿਹੜੇ ਇਹਨਾਂ ਦੇ ਆਪਣੇ ਆ, ਗਰੀਬ ਵਰਗ ਆ, ਜਿਹੜੇ ਵਿਚਾਰੇ ਰੁਲਦੇ ਫਿਰਦੇ ਆ, ਜਿਨ੍ਹਾਂ ਨੂੰ ਰੋਟੀ ਦਾ ਆਸਰਾ ਨਹੀਂ ਆ। ਮੈਂ ਇਹਨਾਂ ਨੂੰ ਦੱਸ ਦਿੱਤਾ ਵੀ ਲਾਗੇ ਬਿਲਕੁਲ ਨਾਗੀਆਣਾ ਸਾਹਿਬ ਦੀ ਧਰਤੀ ਤੇ ਉਦੋਗੇ ਪਿੰਡ, ਜਿੱਥੇ ਇੱਕ ਭੈਣ ਕ੍ਰਿਸਚਨ ਧਰਮ ਦੇ ਨਾਲ ਜੁੜੀ ਸੀ, ਜਿਹਦਾ ਇੱਕ ਛੋਟਾ ਜਿਹਾ ਬੱਚਾ ਸੀ, ਸਿਰ ਤੋਂ ਉਹਦਾ ਜਿਹੜਾ ਘਰ ਵਾਲਾ ਸੀ ਸਾਈ ਉੱਠ ਚੁੱਕਾ ਸੀ ਦੁਨੀਆ ਤੋਂ, ਉਹਦਾ ਕੋਈ ਸਹਾਰਾ ਨਹੀਂ ਸੀ ਹੈਗਾ। ਆਹ ਦਿਨਾਂ ਦੇ ਵਿੱਚ ਹਰ ਇੱਕ ਦੇ ਘਰ ਬੱਤੀ ਆ, ਹਰ ਇੱਕ ਦੇ ਘਰ ਪਾਣੀ ਆ, ਉਹਦੇ ਘਰ ਬੱਤੀ ਨਹੀਂ ਸੀ, ਉਹਦੇ ਘਰ ਪਾਣੀ ਨਹੀਂ ਸੀ ਤੇ ਉਹਦੇ ਘਰ ਸਿਰ ਤੇ ਛੱਤ ਨਹੀਂ ਸੀ। ਤੇ ਬਾਬੇ ਨਾਨਕ ਦੀ ਸੰਗਤ ਉੱਥੇ ਗਈ ਤੇ ਉਹ ਜੁੜੀ ਸੀ, ਨਰੂਲੇ ਜਾਂਦੀ ਸੀ, ਨਰੂਲੇ ਪਾਦਰੀ ਦੇ ਨਾਲ ਜੁੜੀ ਸੀ, ਜਲੰਧਰ ਚਰਚ ਤੇ ਜਾਂਦੀ ਸੀ। ਪਰ ਉਹਨੂੰ ਇਹ ਥੋੜ੍ਹਾ ਕਿਹਾ ਸੀ ਭੈਣ ਵੀ ਅਸੀਂ ਤੇਰੀ ਸੇਵਾ ਤਾਂ ਕਰਨੀ ਜਾਂ ਸਾਹਮਣੇ ਬਾਬੇ ਨਾਨਕ ਦਾ ਦਾਰੀ ਤੇ ਉੱਥੇ ਜੁੜ, ਕਿਸੇ ਦੇ ਧਰਮ ਨਾਲ ਤੁਰ ਕੇ ਆਪਣੇ ਨਾਲ ਜੋੜ ਦੇਣਾ। ਇਹ ਸੇਵਾ ਥੋੜ੍ਹਾ ਹੈਗੀ ਹੈ, ਇਹ ਤਾਂ ਵਪਾਰ ਹੈਗਾ ਆ। ਬਾਬੇ ਨਾਨਕ ਦੀ ਸੰਗਤ ਤੋਂ ਇਹ ਅਮੀਰ ਨਹੀਂ ਹੈਗੇ। ਜੇ ਬਾਬੇ ਨਾਨਕ ਨੇ ਸਾਨੂੰ ਸੇਵਾ ਕਰਨੀ ਸਿਖਾਈ ਆ ਨਾ, ਤੇ ਜੇ ਵਪਾਰ ਕਰਨਾ ਦੱਸਿਆ ਹੁੰਦਾ ਤਾਂ ਇੱਕੋ ਦਿਨ ਸਾਰੇ ਖਰੀਦ ਲੈਂਦੇ, ਜਿੰਨੀ ਬਾਬੇ ਨਾਨਕ ਦੀ ਸੰਗਤ ਤੇ ਕਿਰਪਾ ਆ। ਮੈਂ ਇਹਨਾਂ ਨੂੰ ਇਹ ਵੀ ਗੱਲ ਕਹਿਣਾ, ਜੇ ਕੋਈ ਸਾਡੇ ਬਾਬੇ ਨਾਨਕ ਦੇ ਧਰਮ ਦੇ ਨਾਂ ਲੈ ਕੇ, ਸੇਵਾ ਭਾਵਨਾ ਲੈ ਕੇ ਤੁਹਾਡੇ ਪਰਿਵਾਰਾਂ ਨੂੰ ਲਾਲਚ ਦੇ ਕੇ ਜੇ ਬਾਬੇ ਨਾਨਕ ਦੇ ਨਾਲ ਜੋੜਦਾ ਤਾਂ ਸਾਨੂੰ ਉਹ ਵੀ ਦੱਸੋ। ਪਰ ਮੈਨੂੰ ਮਾਣ ਹੈ ਆਪਣੀ ਸਿੱਖ ਕੌਮ ਤੇ, ਕੋਈ ਇੱਕ ਵੀ ਇਹੋ ਜਿਹਾ ਕੇਸ ਨਹੀਂ ਹੋਊਗਾ ਵੀ ਜਿਹੜਾ ਅਸੀਂ ਕਿਸੇ ਦੀ ਸੇਵਾ ਕਰਕੇ ਉਹਦਾ ਵਪਾਰ ਕੀਤਾ ਹੋਵੇ। ਇਹਦੇ ਉੱਤੇ ਵਿਚਾਰ ਕੀਤੀ ਪਰ ਸਾਨੂੰ ਲੱਭ ਨਹੀਂ ਸੀ ਰਿਹਾ ਢੰਗ ਤਰੀਕਾ ਕਿ ਕਿਸ ਤਰੀਕੇ ਨਾਲ ਇਸ ਹੱਲੇ ਨੂੰ ਰੋਕਿਆ ਜਾਵੇ। ਇਸ ਪਿੰਡ ਦੇ ਨੌਜਵਾਨ ਸਾਡੀ ਜਥੇਬੰਦੀ ਦੇ ਨਾਲ ਜੁੜੇ ਆ, ਇਹਨਾਂ ਨੇ ਇੱਕ ਵਧੀਆ ਰਸਤਾ ਕੌਮ ਦੇ ਨੌਜਵਾਨਾਂ ਨੂੰ ਦੱਸਿਆ ਕਿਸ ਤਰੀਕੇ ਦੇ ਨਾਲ ਅਸੀਂ ਈਸਾਈਅਤ ਦੇ ਇਸ ਹਮਲੇ ਨੂੰ ਰੋਕ ਸਕਦੇ ਹਾਂ। ਉਹਦਾ ਕਾਰਨ ਜਥੇਬੰਦੀਆਂ ਵੀ ਆ ਤੇ ਕਿਤੇ ਨਾ ਕਿਤੇ ਅਸੀਂ ਵੀ ਆ। ਇਸ ਚੀਜ਼ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਜਿਹੜੇ ਸਾਡੇ ਪਿੰਡਾਂ ਦੇ ਸੱਜਣ ਮਿੱਤਰ ਭੈਣ ਭਰਾ ਜਿਹੜੇ ਗਰੀਬ ਨੇ, ਆਰਥਿਕ ਪੱਖੋਂ ਬੜੀਆਂ ਮੁਸ਼ਕਲਾਂ ਹੁੰਦੀਆਂ ਪਰਿਵਾਰਾਂ ਦੇ ਵਿੱਚ, ਉਹ ਕਈ ਵਾਰੀ ਨਹੀਂ ਆਪ ਪਹੁੰਚ ਕਰਦੇ, ਸ਼ਰਮ ਨੂੰ ਲੈ ਲਓ ਜਾਂ ਕਿਸੇ ਸੰਗ ਨੂੰ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਆਪ ਸਿੱਧੀ ਪਹੁੰਚ ਨਹੀਂ ਕਰਦੇ। ਪਰ ਪਿੰਡ ਪਿੰਡ ਨੌਜਵਾਨਾਂ ਵੱਲੋਂ ਕੋਈ ਇਹੋ ਜਿਹੀ ਆਪਣੀ ਕਮੇਟੀ ਬਣਾਈ ਜਾਵੇ ਜਾਂ ਇੱਕ ਗਰੁੱਪ ਬਣਾਇਆ ਜਾਵੇ ਜਿਨ੍ਹਾਂ ਦਾ ਇਹੋ ਕੰਮ ਹੋਵੇ ਕਿ ਪਰਿਵਾਰਾਂ ਦੇ ਨਾਲ ਅਸੀਂ ਮੇਲ ਜੋਲ ਰੱਖਣਾ। ਇਹਨਾਂ ਦੀਆਂ ਤਕਲੀਫਾਂ ਕੀ ਆ, ਕਿਸੇ ਨੂੰ ਇਲਾਜ ਦੀ ਲੋੜ ਆ ਜਾਂ ਛੋਟੇ ਛੋਟੇ ਕਾਗਜ਼ ਪੱਤਰਾਂ ਦੇ ਕੰਮ ਕਾਰ ਜਿਹੜੇ ਆ ਜਿਨ੍ਹਾਂ ਦੀ ਉਹ ਪਹੁੰਚ ਨਹੀਂ ਹੁੰਦੀ, ਉਹ ਕਰਵਾ ਕੇ ਦਿੱਤੇ ਜਾਣ। ਉਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਅਸੀਂ ਜਦੋਂ ਸ਼ਰੀਕ ਹੋਵਾਂਗੇ ਤਾਂ ਉਹਨਾਂ ਨੂੰ ਇਹ ਨਹੀਂ ਲੱਗੂਗਾ ਕਿ ਅਸੀਂ ਇਹਨਾਂ ਤੋਂ ਨੀਵੇਂ ਹਾਂ ਜਾਂ ਅਸੀਂ ਇਹਨਾਂ ਤੋਂ ਵੱਖਰੇ ਹਾਂ। ਇਹ ਨੌਜਵਾਨ ਉਪਰਾਲਾ ਕਰਦੇ ਰਹਿੰਦੇ ਆ, ਪਿੰਡ ਦੇ ਪਰਿਵਾਰਾਂ ਦੇ ਨਾਲ ਪਹੁੰਚ ਕਰਕੇ ਉਹਨਾਂ ਦੇ ਜਿਹੋ ਜਿਹੇ ਵੀ ਮਸਲੇ ਨੇ ਉਹਨਾਂ ਨੂੰ ਹੱਲ ਕਰਦੇ ਆ ਆਪਣੇ ਪੱਧਰ ਉੱਤੇ। ਤੇ ਇਹ ਵੀ ਸਾਨੂੰ ਕੁਝ ਪਰਿਵਾਰਾਂ ਤੋਂ ਪਤਾ ਲੱਗਾ ਕਿ ਇਹਨਾਂ ਕੋਲੋਂ ਐਫੀਡੇਵਿਟ ਵੀ ਬਣਵਾਏ ਜਾਂਦੇ ਆ।
ਪਰ ਕਿਸੇ ਵੀ ਧਰਮ ਨੂੰ ਜੁਆਇਨ ਕਰਨ ਲੱਗਿਆ ਐਫੀਡੇਵਿਟ ਨਹੀਂ ਬਣਵਾਏ ਜਾਂਦੇ, ਸਿਰਫ ਇੱਥੇ ਬਣਾਏ ਜਾਂਦੇ ਆ। ਐਫੀਡੇਵਿਟ ਤਾਂ ਬਣਵਾਏ ਜਾਂਦੇ ਹੋਣਗੇ, ਹੋ ਸਕਦਾ ਇਹਨਾਂ ਨੂੰ ਕੁਝ ਸੰਸਥਾਵਾਂ, ਕੁਝ ਸੰਪਰਦਾਵਾਂ ਪਿੱਛੋਂ ਫੰਡਿੰਗ ਕਰਦੀਆਂ ਹੋਣਗੀਆਂ ਜੋ ਕਰੋੜਾਂ ਦੇ ਵਿੱਚ ਹੁੰਦੀ ਆ, ਤੇ ਗੱਲ ਕੋਈ ਲੁਕੀ ਛਿਪੀ ਦੀ ਹੈ। ਇਹ ਕਾਨੂੰਨ ਹੈ ਭਾਰਤ ਦੇ ਅੰਦਰ। ਜਾਦੂ ਟੂਣੇ ਦੇ ਨਾਲ ਕਿਸੇ ਦਾ ਵੀ ਇਲਾਜ ਨਹੀਂ ਕੀਤਾ ਜਾ ਸਕਦਾ, ਕਿਸੇ ਦੀ ਵੀ ਜ਼ਿੰਦਗੀ ਖਤਰੇ ਦੇ ਵਿੱਚ ਨਹੀਂ ਪਾਈ ਜਾ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਬਟਾਲਾ ਦੇ ਨੇੜੇ ਪਿੰਡ ਹਸਨਪੁਰਾ ਖੁਰਦ ਵਿਖੇ ਪਹੁੰਚੇ ਹਾਂ। ਜਿਵੇਂ ਕਿ ਸਮੁੱਚਾ ਸਿੱਖ ਜਗਤ ਜਾਣਦਾ ਆ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖੀ ਨਾਲ ਜੁੜਿਆ ਹੋਇਆ ਗਰੀਬ ਵਰਗ ਆ, ਉਹਦੇ ਉੱਤੇ ਈਸਾਈਅਤ ਵੱਲੋਂ ਆਪਣਾ ਪ੍ਰਭਾਵ ਪਾ ਕੇ ਉਹਨਾਂ ਨੂੰ ਦਿਨੋਂ ਦਿਨ ਜਿਹੜਾ ਈਸਾਈਅਤ ਵੱਲ ਲਿਆਂਦਾ ਜਾ ਰਿਹਾ, ਤੇ ਖਾਸ ਕਰਕੇ ਮਾਝੇ ਦੇ ਵਿੱਚ, ਮਾਝੇ ਦੇ ਪਿੰਡਾਂ ਦੇ ਵਿੱਚ ਮਜ਼੍ਹਬੀ ਸਿੱਖ ਖਾਸ ਕਰਕੇ, ਉਸ ਤੋਂ ਇਲਾਵਾ ਹੋਰ ਵੀ ਜਿਹੜੇ ਗਰੀਬ ਤਬਕੇ ਦੇ ਨੇ, ਜਿਹੜੇ ਆਰਥਿਕ ਤੌਰ 'ਤੇ ਕਾਫੀ ਸਮੱਸਿਆਵਾਂ ਨਾਲ ਜੂਝ ਰਹੇ ਨੇ, ਉਹ ਵੱਡੀ ਗਿਣਤੀ ਦੇ ਵਿੱਚ ਕ੍ਰਿਸਚੈਨਿਟੀ ਵੱਲ ਜਿਹੜੇ ਕਨਵਰਟ ਹੋ ਚੁੱਕੇ ਨੇ। ਤੇ ਸਮੁੱਚਾ ਸਿੱਖ ਜਗਤ ਇਸ ਚੀਜ਼ ਨੂੰ ਲੈ ਕੇ ਭਾਰੀ ਚਿੰਤਾ ਦੇ ਵਿੱਚ ਵੀ ਆ। ਤੇ ਸਮੇਂ-ਦਰ ਸਮੇਂ ਸਿੱਖ ਪ੍ਰਚਾਰਕਾਂ ਵੱਲੋਂ ਵੀ ਇਹ ਗੱਲ ਕੀਤੀ ਜਾਂਦੀ ਆ, ਤੇ ਸਿੱਖਾਂ ਦੀਆਂ ਜਿਹੜੀਆਂ ਜਥੇਬੰਦੀਆਂ, ਨੁਮਾਇੰਦਾ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਇਹ ਦੋਵੇਂ ਮਾਝੇ ਦੇ ਵਿੱਚ ਨੇ। ਇਹਨਾਂ ਵੱਲੋਂ ਵੀ ਉਦਮ ਕੀਤੇ ਜਾਂਦੇ ਨੇ, ਪਰ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਤੰਦ ਸਮਝ ਨਹੀਂ ਆਉਂਦੀ ਵੀ ਕਿਸ ਤਰੀਕੇ ਜਿਹੜਾ ਇਹ ਦਿਨੋਂ ਦਿਨ ਈਸਾਈਅਤ ਦਾ ਜਿਹੜਾ ਪ੍ਰਭਾਵ ਵੱਧਦਾ ਜਾ ਰਿਹਾ, ਇਹਨੂੰ ਕਿਵੇਂ ਠੱਲਿਆ ਜਾਵੇ। ਪਰ ਕੁਝ ਗੁਰੂ ਦੇ ਪਿਆਰੇ ਜਿਹੜੇ ਗੁਰੂ 'ਤੇ ਨਿਸ਼ਚਾ ਰੱਖਦੇ ਨੇ, ਗੁਰੂ ਵੱਲ ਮੁੱਖ ਰੱਖਦੇ ਨੇ, ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਇਸ ਹਸਨਪੁਰਾ ਖੁਰਦ ਪਿੰਡ ਵਿੱਚ ਜਦੋਂ ਕਿਸੇ ਪਾਦਰੀ ਵੱਲੋਂ ਆ ਕੇ ਲੋਕਾਂ ਨੂੰ ਕੋਈ ਇਲਾਜ ਦੇ ਨਾਮ 'ਤੇ ਜਾਂ ਹੋਰ ਤਰ੍ਹਾਂ ਦੇ ਬਹਿਲਾਫ ਸਲਾ ਕੇ ਈਸਾਈਅਤ ਦੇ ਵਿੱਚ ਖੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਪਿੰਡ ਦੇ ਨੌਜਵਾਨਾਂ ਨੇ ਉਦਮ ਕੀਤਾ। ਪਹਿਲਾਂ ਇਹਨਾਂ ਨੇ ਉਸ ਪਾਦਰੀ ਨਾਲ ਗੱਲ ਕੀਤੀ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਧਰਮ ਦਾ ਇੱਕੋ ਪਰਚਮ ਲਹਿਰਾਉਂਦਾ ਆ, ਤੇ ਇੱਥੇ ਪਰਿਵਾਰ ਦੇ ਵਿੱਚ ਕੋਈ ਦਫੇੜ ਨਾ ਪਾਈ ਜਾਵੇ। ਤੇ ਇਹਨਾਂ ਵੱਲੋਂ ਜਿਹੜੇ ਪਰਿਵਾਰ ਕ੍ਰਿਸਚੈਨਿਟੀ ਵੱਲ ਜਾ ਰਹੇ ਸੀ ਜਾਂ ਜਾ ਚੁੱਕੇ ਸੀ, ਉਹਨਾਂ ਨੂੰ ਦੁਬਾਰਾ ਪ੍ਰੇਰਿਤ ਕਰਕੇ ਗੁਰੂ ਨਾਨਕ ਦੇ ਉਸ ਪਰਿਵਾਰ ਦੇ ਵਿੱਚ ਦੁਬਾਰਾ ਲਿਆਂਦਾ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸੰਗਤ ਨੂੰ ਨਾ ਆਪਣੀ ਜਿਹੜੀ ਜਾਣ ਪਛਾਣ ਕਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਜਿੰਦਰ ਸਿੰਘ, ਜੋ ਨਗਰ ਹਸਨਪੁਰ ਖੁਰਦ, ਜਿੱਥੇ ਗੁਰੂ ਘਰ ਦੇ ਨਿਸਕਾਮ ਸੇਵਾ ਗ੍ਰੰਥੀ ਸਿੰਘ ਦੀ ਸੇਵਾਵਾਂ ਵੀ, ਹੋਰ ਵੀ ਪਿੰਡ ਦੀਆਂ ਜੋ ਸੇਵਾਵਾਂ ਨੇ, ਉਹ ਸਾਰੀਆਂ ਨਿਭਾਈ ਦੀਆਂ ਨੇ। ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਸਾਰੇ ਨਗਰ ਦੇ ਸਹਿਯੋਗ ਦੇ ਨਾਲ, ਤੇ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਨਾਲ ਪਿੰਡ ਦੀਆਂ ਸੇਵਾਵਾਂ ਨਿਭਾਈ ਦੀਆਂ ਜੀ। ਇਹ ਤੁਹਾਡੇ ਪਿੰਡ 'ਚ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਕਿਸੇ ਪਾਦਰੀ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਕੁਝ ਪਰਿਵਾਰਾਂ ਨੂੰ ਜਿਹੜਾ ਆ ਈਸਾਈਅਤ ਦੇ ਕਲਾਵੇ ਵਿੱਚ ਲਿਆ ਜਾਵੇ, ਤੇ ਤੁਹਾਨੂੰ ਜਦੋਂ ਇਹਦੇ ਬਾਰੇ ਪਤਾ ਲੱਗਾ ਤੇ ਤੁਸੀਂ ਇਹਦੇ ਉੱਤੇ ਕਿਵੇਂ ਦਾ ਐਕਸ਼ਨ ਲਿਆ? ਦੇਖੋ ਜੀ, ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਸੀ। ਦਿਨੋਂ ਦਿਨ ਆਪਾਂ ਹੋਰ ਵੀ ਖਬਰਾਂ ਸੁਣਦੇ ਸਾਂ ਵੀ ਜਿਹੜੇ ਸਾਡੇ ਕੋਈ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਧਰਮ ਦੇ ਨਾਲ ਚੱਲਦੇ ਨੇ, ਜਿਹੜੇ ਸਾਡੇ ਕਹਿ ਦਈਏ ਗਰੀਬ ਦਾ ਦਬਕਾ ਲੋਕ ਜਿਹਨੂੰ ਕਹਿ ਦਿੰਦੇ ਆਪਾਂ, ਵੀ ਉਹਨਾਂ 'ਤੇ ਇਹ ਵਾਰ ਕੀਤਾ ਜਾ ਰਿਹਾ ਸੀ। ਉਹਨਾਂ ਨੂੰ ਪਰਲਾ ਕੇ, ਚਾਹੇ ਉਹਨਾਂ ਨੂੰ ਕੋਈ ਲਾਲਚ ਦੇ ਕੇ, ਕਹਿ ਦਈਏ ਵੀ ਕਿਸੇ ਵੀ ਪ੍ਰਕਾਰ ਨਾਲ ਉਹਨਾਂ ਦੇ ਨਾਲ ਮੇਲ ਜੋਲ ਕਰਕੇ ਦੇਖ ਲੈਂਦੇ ਸਨ ਵੀ ਇਹਨਾਂ ਨੂੰ ਕਿਸ ਚੀਜ਼ ਦੀ ਲੋੜ ਆ, ਇਹਨਾਂ ਦੀ ਕੋਈ ਕੀ ਮਜਬੂਰੀ ਆ, ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੂੰ ਆਪਣੇ ਨਾਲ ਜੋੜਨ ਦਾ ਇਹਨਾਂ ਨੇ ਇੱਕ ਬਹੁਤ ਹੀ ਤੇਜ਼ ਉਪਰਾਲਾ ਕੀਤਾ ਸੀ। ਦਿਨੋਂ ਦਿਨ ਇਹਨਾਂ ਆਪਾਂ ਕਹਿ ਦਈਏ ਵੀ ਘੋਣ ਵਾਂਗੂ ਖਾ ਰਿਹਾ ਸੀ। ਸਾਡੇ ਸਿੱਖ ਕੌਮ ਨੂੰ ਕਹਿ ਦਈਏ ਬਾਬੇ ਨਾਨਕ ਦੇ ਧਰਮ 'ਤੇ ਵਾਰ ਕੀਤਾ ਜਾ ਰਿਹਾ ਸੀ। ਜਦੋਂ ਆਪਣੇ ਨਗਰ ਦੇ ਵਿੱਚ ਵੀ ਪਤਾ ਲੱਗਾ ਵੀ 1 ਤੋਂ 2, 2 ਤੋਂ 4, 4 ਤੋਂ 10 ਪਰਿਵਾਰ ਜੁੜ ਚੁੱਕੇ ਨੇ, ਤੇ ਇਹ ਤੇ ਇੱਕ ਮੈਜੋਰਟੀ ਬਣਦੀ ਜਾ ਰਹੀ ਹੈ। ਕਿਉਂਕਿ ਇੱਕ ਨੂੰ ਕਹਿ ਕੇ ਇੱਕ ਉਹਨਾਂ ਦੇ ਜੰਜਾਲ 'ਚ ਫਸਿਆ ਏ, ਉਹਨੂੰ ਹੀ ਦੂਜੇ ਦੇ ਨਾਲ ਜੁਆਇੰਟ ਕਰਦੇ ਸੀ ਵੀ ਤੂੰ ਉਹਨੂੰ ਵੀ ਕਹਿ, ਕਿਉਂਕਿ ਇਹ ਲਾਲਚ ਇਕੱਲੇ ਪੈਸੇ ਦੀ ਗੱਲ ਨਹੀਂ ਹੈ। ਇਹ ਲਾਲਚ ਕਈ ਪ੍ਰਕਾਰ ਦੇ ਹੁੰਦੇ ਨੇ। ਲਾਲਚ ਹੁੰਦੇ ਨੇ ਜਦੋਂ ਬੰਦਾ ਕੋਈ ਮਜਬੂਰ ਹੋ ਜੇ, ਜਦੋਂ ਕੋਈ ਦੁਖੀ ਹੋ ਜੇ, ਕਹਿੰਦੇ ਨੇ ਡੁੱਬਦੇ ਨੂੰ ਸਹਾਰਾ ਚਾਹੀਦਾ ਆ, ਤੇ ਉਹ ਫਿਰ ਕਹਿ ਦਿੰਦੇ ਆ ਵੀ ਭਾਈ ਤੈਨੂੰ ਕੀ ਲੋੜ ਆ, ਜੇ ਤੂੰ ਕੋਈ ਬਿਮਾਰ ਆ, ਤੂੰ ਠੀਕ ਨਹੀਂ ਹੁੰਦਾ, ਦਵਾਈ ਵੀ ਖਾਧੀ, ਤੇ ਆਓ ਤੁਹਾਡਾ ਅਸੀਂ ਉੱਥੇ ਇਲਾਜ ਕਰਾਉਂਦੇ ਆ, ਤੇ ਦਵਾਈ ਦੀ ਲੋੜ, ਦਵਾ ਨਾਲ ਤੁਸੀਂ ਠੀਕ ਹੋ ਜਾਓਗੇ। ਤੇ ਕਹਿਣ ਦਾ ਭਾਵ ਵੀ ਇਹੋ ਜਿਹੀਆਂ ਕਹਿਣ ਦਾ ਇਹਨਾਂ ਦੀਆਂ ਜਿਹੜੀਆਂ ਚਾਲਾਂ ਕਹਿ ਦਈਏ, ਚਾਹੇ ਇਹੋ ਜਿਹੇ ਇਹਨਾਂ ਦੇ ਲਾਲਚ ਦੇ ਕੇ, ਤੇ ਇਹਨਾਂ ਨੇ ਸਾਡੇ ਜਿਹੜੇ ਪਰਿਵਾਰ ਸਨ, ਸਾਡੇ ਆਪਣੇ ਸੀ, ਉਹ ਸਾਡੇ ਨਾਲੋਂ ਤੋੜ ਕੇ ਆਪਣੇ 'ਚ ਮਿਲਾਉਣੇ ਸ਼ੁਰੂ ਕਰ ਦਿੱਤੇ। ਤੇ ਜਦੋਂ ਪਤਾ ਲੱਗਾ ਇਹ ਗੱਲ ਦਾ, ਫਿਰ ਆਪਾਂ ਉਹਨਾਂ ਪਰਿਵਾਰਾਂ ਤੱਕ ਪਹੁੰਚੇ, ਤੇ ਉਹਨਾਂ ਨੂੰ ਜਾ ਕੇ ਵੀ ਆਪਾਂ ਦੇਖਿਆ ਵੀ ਇਹਨਾਂ ਨੂੰ ਕੀ ਮਜਬੂਰੀ ਸੀ।
ਕਿਸੇ ਨੇ ਕਿਹਾ ਵੀ ਮੈਂ ਜਿੱਦਾਂ ਅਸੀਂ ਕਹਿ ਦਈਏ ਵੀ ਲਾਲਚ ਪੈਸੇ ਦਾ ਨਹੀਂ, ਜਿੱਦਾਂ ਕਹਿਣ ਦਾ ਕੋਈ ਮਜਬੂਰ ਹੈ, ਕੋਈ ਬਿਮਾਰੀ ਤੋਂ ਮਜਬੂਰ ਸੀ, ਕੋਈ ਕਿਸੇ ਨੂੰ ਕਹਿ ਦੇਣਾ ਵੀ ਤੇਰੇ ਅੰਦਰ ਪੱਥਰੀ ਹੈ ਚਾਹੇ ਰਸੋਲੀ ਹੈ ਤੇ ਇਹ ਦਵਾ ਦੇ ਨਾਲ ਠੀਕ ਹੋ ਜਾਏਗੀ, ਕਹਿਣ ਦਾ ਭਾਵ। ਤੇ ਉਹ ਜਦੋਂ ਉਹਨਾਂ ਦੀ ਮਜਬੂਰੀਆਂ ਦਾ ਪਤਾ ਲੱਗਾ ਤੇ ਆਪਾਂ ਉਹਨਾਂ ਨੂੰ ਤੇ ਗਲਤ ਕਿਹਾ ਨਹੀਂ, ਕਿਉਂਕਿ ਸਾਡੇ ਆਪਣੇ ਸੀ, ਉਹਨਾਂ ਨੂੰ ਪਿਆਰ ਦੇ ਨਾਲ ਲਿਆ ਸਕਦੇ ਸਾਂ। ਤੇ ਆਪਾਂ ਉਹਨਾਂ ਨੂੰ ਇਹ ਗੱਲ ਸਮਝਾਈ ਵੀ ਠੀਕ ਹੈ, ਜੇ ਤੁਸੀਂ ਕਹਿੰਦੇ ਜੇ ਵੀ ਉਹ ਅਸੀਂ ਉਹਨਾਂ ਕੋਲ ਠੀਕ ਹੋਏ ਆ, ਦਵਾਵਾਂ ਨਾਲ ਠੀਕ ਹੋਏ ਆ, ਤੇ ਇਹ ਆ ਵੀ ਡਾਕਟਰ ਕੋਲ ਦਵਾਈ ਲੈ ਲਈਏ ਤੇ ਫਿਰ ਡਾਕਟਰ ਨੂੰ ਮੱਥਾ ਨਹੀਂ ਟੇਕੇ ਜਾਈਦਾ ਤੇ ਡਾਕਟਰ ਨੂੰ ਰੱਬ ਨਹੀਂ ਬਣਾ ਕੇ ਜਾਈਦਾ, ਉਹਦਾ ਧੰਨਵਾਦ ਕਰ ਦਈਦਾ। ਤੇ ਜੇ ਤੁਸੀਂ ਠੀਕ ਹੋਏ ਜੇ ਧੰਨਵਾਦ ਹੈ ਉਹਨਾਂ ਦਾ ਵੀ ਜਿੰਨਾ ਤੁਹਾਨੂੰ ਠੀਕ ਕੀਤਾ, ਪਰ ਤੁਸੀਂ ਆਪਣੇ ਧਰਮ ਦੇ ਨਾਲ ਜੁੜੇ ਰਹੋ ਉਹਨਾਂ ਨੇ। ਤੇ ਜੇ ਤੁਹਾਨੂੰ ਕੋਈ ਲੋੜ ਪੈਂਦੀ ਹੈ ਅਸੀਂ ਤੁਹਾਡੇ ਨਾਲ ਜੁੜੇ ਆ। ਅੱਗੇ ਵੀ ਇੱਥੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਡੇ ਨਗਰ ਦੇ ਵਿੱਚ ਆਪਾਂ ਹਰੇਕ ਗਰੀਬ ਪਰਿਵਾਰ ਦੀ ਬਾਂਹ ਫੜੀ ਆ, ਕਿਸੇ ਧੀ ਭੈਣ ਦਾ ਵਿਆਹ ਆ ਭਾਗੇ ਹੋ ਕੇ ਕੀਤਾ ਆ, ਜੇ ਕਿਸੇ ਨੂੰ ਕਮਰਿਆਂ ਦੀ ਲੋੜ ਪਈ ਉਹਨਾਂ ਨੂੰ ਕਮਰੇ ਪਾ ਕੇ ਦਿੱਤੇ ਆ, ਜੇ ਕਿਸੇ ਨੂੰ ਇਲਾਜ ਦੀ ਲੋੜ ਪਈ ਉਹਦਾ ਇਲਾਜ ਕੀਤਾ ਹੈ। ਤੇ ਜੇ ਕਿਤੇ ਜਦੋਂ ਲੋਕਡਾਊਨ ਵਰਗੀਆਂ ਇਹੋ ਜਿਹੇ ਆਏ ਸਨ ਜਦੋਂ ਔਖੇ ਸਮੇਂ, ਉਦੋਂ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਆਪਾਂ ਰਾਸ਼ਨ ਵੀ ਪਹੁੰਚਾ ਕੇ ਆਏ ਸਾਂ। ਪਰ ਇਹ ਜਿਹੜੇ ਇਹੋ ਜਿਹੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਸੀ, ਫਿਰ ਇਹ ਪਾਦਰੀ ਦੇ ਨਾਲ ਵੀ ਕੰਟੈਕਟ ਕੀਤਾ ਗਿਆ, ਕਿਉਂਕਿ ਜੜ ਨੂੰ ਵੀ ਫੜਨਾ ਚਾਹੀਦਾ ਆ ਜਿੱਥੋਂ ਬਿਮਾਰੀ ਚੱਲੀ ਹੋਵੇ। ਫਿਰ ਉਹਨੂੰ ਉਹਦੇ ਨਾਲ ਗੱਲ ਕੀਤੀ ਤੇ ਉਹਨੇ ਵੀ ਉਹਨੂੰ ਇਹੋ ਗੱਲ ਕਹੀ ਵੀ ਸਾਡੇ ਆਪਣੇ ਨੇ, ਤੁਸੀਂ ਕਿਉਂ ਇਹਨਾਂ ਨੂੰ ਤੋੜ ਰਹੇ ਜੇ ਸਾਡੇ ਨਾਲੋਂ, ਕਿਉਂਕਿ ਦੇਖੋ ਸਾਡੇ ਆਪਣਾ ਪਰਿਵਾਰ ਹੈ, ਸਾਨੂੰ ਦੁੱਖ ਲੱਗਦਾ ਹੈ ਵੀ ਅਸੀਂ ਇੱਕ ਬਾਬੇ ਨਾਨਕ ਦੇ ਝੰਡੇ ਥੱਲੇ ਇਕੱਠੇ ਹਾਂ ਤੇ ਤੁਸੀਂ ਇਹਨਾਂ ਨੂੰ ਇੱਕ ਵੱਖਰੇ ਰਸਤੇ ਤੇ ਖੜ ਰਹੇ ਜੇ। ਤੇ ਉਹਨਾਂ ਨੇ ਕਿਹਾ ਜੀ ਇਹ ਰਸਤਾ ਕਾਹਦਾ ਵੱਖਰਾ ਹੋਇਆ, ਘਰ ਤੇ ਇੱਕ ਹੀ ਆ। ਤੇ ਮੈਂ ਤੇ ਇੱਕੋ ਗੱਲ ਕਿਹਾ, ਮੇਰਾ ਬਾਬਾ ਨਾਨਕ ਵੀ ਕਹਿੰਦਾ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਵੀ ਉਹ ਰੱਬ ਦੇ ਤੇ ਸਾਰੇ ਬੰਦੇ ਹੀ ਆ। ਮੇਰਾ ਬਾਬਾ ਨਾਨਕ ਇਹ ਵੀ ਕਹਿੰਦਾ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅੱਲਾ ਏ। ਗੱਲ ਫੇਰ ਇੱਕ ਹੀ ਹੈ, ਪਰ ਜਿਹੜਾ ਕਹਿ ਰਿਹਾ ਆਪਣੇ ਰਸਤੇ ਤੇ ਜਾਣ ਡਿਆ ਉਹਨੂੰ ਆਪਣੇ ਰਸਤੇ ਤੇ ਰਹਿਣ ਦਿਓ, ਉਹਨੂੰ ਆਪਣੇ ਰਸਤੇ ਦੇ ਉੱਤੇ ਚੱਲ ਰਹਿਣ ਦਿਓ। ਠੀਕ ਹੈ, ਜੇ ਰੱਬ ਦੇ ਘਰ ਰਸਤਾ ਇੱਕ ਆ ਤੇ ਜਿਹੜਾ ਆਪਣੇ ਧਰਮ 'ਚ ਜੁੜਿਆ ਆ ਉਹਨੂੰ ਆਪਣੇ ਧਰਮ ਦੇ ਵਿੱਚ ਆਪਣੇ ਰੱਬ ਦੇ ਇਸ਼ਟ ਵੱਲ ਨੂੰ ਜਾ ਲੈਣ ਦਿਓ ਨਾ, ਉਹਨੂੰ ਕਿਉਂ ਤੋਰ ਕੇ ਆਪਣੇ ਵੱਲ ਨੂੰ ਲੈ ਆ ਰਹੇ ਜੇ। ਤੇ ਇਹ ਜੀ ਇਹ ਦਵਾਵਾਂ ਨਾਲ ਠੀਕ ਹੋਏ ਆ ਜੀ, ਉਹ ਹੋਏ ਆ, ਕਹਿਣ ਦਾ ਭਾਵ ਇਹ ਲੋਕ ਸਾਨੂੰ ਕਹਿਣ ਦੀਏ ਲਾਲਚ ਦਿੰਦੇ। ਇਹਨਾਂ ਨੂੰ ਮੈਂ ਇੱਕ ਗੱਲ ਇਹਨਾਂ ਦੇ ਪਾਦਰੀ ਨੂੰ ਕਹਿ ਦਿੱਤੀ ਸੀ ਵੀ ਦੇਖੋ ਤੁਸੀਂ ਕਹਿੰਦੇ ਜੇ ਆਪਾਂ ਠੀਕ ਕਰ ਦਿੰਦੇ ਆ, ਇਹਨਾਂ ਦੇ ਇਹ ਪੋਸਟਰ ਵੀ ਪਿੱਛੇ ਜੀ ਬੜੇ ਪੜੇ ਸੀ ਵੀ ਇਹ ਮੁਰਦਿਆਂ ਦੇ ਵਿੱਚ ਜਾਨ ਪਾ ਦਿੰਦੇ ਆ। ਮੁਰਦਿਆਂ ਦੀ ਜਾਨ ਤੇ ਛੱਡੋ, ਤੁਸੀਂ ਇਹ ਕਹਿੰਦੇ ਆ ਆਪਣੇ ਵੀਲ ਚੇਅਰ ਤੇ ਆਪਣੇ ਬਹਾਲ ਦਿੰਦੇ ਨੇ ਲੋਕਾਂ ਸਾਹਮਣੇ ਟ੍ਰੇਨਿੰਗ ਦੇ ਕੇ, ਕਹਿੰਦੇ ਨੇ ਵੀ 20 ਸਾਲ ਹੋ ਗਏ ਸੀ ਇਹ ਮੰਜੇ ਤੇ ਪਿਆ ਸੀ, ਚੱਲ ਨਹੀਂ ਸਕਦਾ, ਵੀਲ ਚੇਅਰ ਤੇ ਹੀ ਵੇਖੋ ਜੀ ਭੱਜ ਰਿਹਾ ਆ। ਤੇ ਸਾਡੇ ਲੋਕ ਤਾਰੀਆਂ ਮਾਰਨ ਲੱਗ ਪੈਂਦੇ ਸੀ ਵੀ ਵਾਹ ਵੀ ਇਹ ਯਿਸੂ ਨੇ ਕਾਰਨਾਮਾ ਕਰ ਦਿੱਤਾ, ਉਹਨਾਂ ਦੇ ਸਾਹਮਣੇ ਇੱਕ ਕਾਰਨਾਮਾ ਕਰ ਦਿੱਤਾ ਜੀ। ਤੇ ਇਹੋ ਜਿਹੇ ਪਖੰਡਵਾਦਾਂ ਦੇ ਨਾਲ ਇਹਨਾਂ ਨੇ, ਮੈਂ ਇੱਕੋ ਗੱਲ ਕਹਿਣਾ ਤੁਹਾਡੇ ਚੈਨਲ ਰਾਹੀਂ ਇਹਨਾਂ ਨੂੰ ਕਹਿ ਦਿੰਦਾ ਆ ਵੀ ਅਸੀਂ 2 ਮਰੀਜ਼ ਦੇਵਾਂਗੇ। ਤੁਸੀਂ ਕਹਿੰਦੇ ਜੇ ਨਾ ਵੀ ਆਪਾਂ ਮੁਰਦਿਆਂ 'ਚ ਜਾਣ ਪਾਉਂਦੇ, ਮੁਰਦੇ ਵੀ ਨਹੀਂ ਲਿਆਵਾਂਗੇ। ਤੁਸੀਂ ਕਹਿੰਦੇ ਜੇ ਵੀ ਵੀਲ ਚੇਅਰ ਤੇ 20 ਸਾਲ ਦੇ ਹੀ ਉਹਨਾਂ ਨੂੰ ਜਿਹੜੇ ਵੀਲ ਚੇਅਰ ਤੇ ਉਹਨਾਂ ਨੂੰ ਅਸੀਂ ਭੱਜਣ ਲਾਤਾ, ਆਪਾਂ ਉਹੋ ਜਿਹੇ ਵੀ ਨਹੀਂ ਲਿਆਵਾਂਗੇ। ਆਪਾਂ ਆਪਣੀ ਮਰਜ਼ੀ ਦੇ 2 ਲੈ ਆਵਾਂਗੇ, ਪਿੰਗਲਵਾੜੇ 'ਚੋਂ ਭਾਵੇਂ ਲੈ ਆਈਏ, ਉਹਨਾਂ ਨੂੰ ਤੁਸੀਂ ਠੀਕ ਕਰ ਦਿਓ, ਤੁਸੀਂ ਜੋ ਕਹੋਗੇ ਅਸੀਂ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨ ਲਾਂਗੇ। ਪਰ ਮੈਂ ਇੱਕ ਗੱਲ ਕਰ ਦਿੰਦਾ ਵੀ ਇਹਨਾਂ ਦੇ ਇਹੋ ਜਿਹੇ ਪਾਦਰੀ ਆ ਜਿਨ੍ਹਾਂ ਨੂੰ ਸ਼ੂਗਰ ਆ, ਜਿਨ੍ਹਾਂ ਦੇ ਗੋਡਿਆਂ ਦੇ ਪ੍ਰੈਸ਼ਨ ਹੋਏ ਆ, ਜਿਨ੍ਹਾਂ ਦੀ ਅੱਖਾਂ ਦੀ ਨਿਗਾਹ ਚਲੀ ਗਈ ਆ। ਪਾਦਰੀਆਂ ਦੀ ਗੱਲ, ਜਿਹੜੇ ਕਹਿੰਦੇ ਸੀ ਦਵਾਵਾਂ ਕਰਕੇ ਤੁਹਾਡੀਆਂ ਰਸੋਲੀਆਂ ਠੀਕ ਕਰ ਦਾਂਗੇ, ਅੰਦਰ ਹੀ ਖੋਰ ਦਾਂਗੇ, ਤੁਹਾਡੇ ਪੱਥਰੀਆਂ ਅੰਦਰ ਹੀ ਖੋਰ ਦਾਂਗੇ, ਤੁਹਾਨੂੰ ਪ੍ਰਸ਼ਨ ਦੀ ਲੋੜ ਹੀ ਨਹੀਂ ਪੈਣੀ। ਉਹ ਪ੍ਰਸ਼ਨ ਕਰਾਉਂਦੇ ਫਿਰਦੇ ਨੇ, ਉਹਨਾਂ ਦੇ BP ਵਧੇ ਪਏ ਨੇ, ਉਹਨਾਂ ਨੂੰ ਸ਼ੂਗਰ ਹੋਈ ਪਈ ਆ, ਉਹਨਾਂ ਦੀ ਅੱਖਾਂ ਦੀ ਨਿਗਾਹ ਚਲੀਆਂ ਗਈਆਂ ਨੇ। ਇਹ ਆਪ ਤੇ ਖੁਦ ਠੀਕ ਨਹੀਂ ਤੇ ਕਿਸੇ ਨੂੰ ਕੀ ਠੀਕ ਕਰ ਲੈਣਗੇ। ਕਹਿਣ ਦਾ ਭਾਵ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਤੇ ਸਾਡੇ ਧਰਮ ਨਾਲ ਜੁੜ ਜਾਂਦਾ। ਪਰ ਸਾਡੇ ਬਾਬੇ ਨਾਨਕ ਨੇ ਸਿਖਾਇਆ ਆ ਵੀ ਕਿਸੇ ਦਾ ਧਰਮ ਤੋੜਨਾ ਨਹੀਂ ਤੇ ਨਾ ਕਿਸੇ ਨੂੰ ਜਬਰੀ ਜੋੜਨਾ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਿਖਾਇਆ। ਕਿਉਂ ਸਿਖਾਇਆ ਹੈ? ਭਾਈ ਨੰਦ ਲਾਲ ਜੀ ਜਿਹਦਾ ਧਰਮ ਖਤਰੇ ਦੇ ਵਿੱਚ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਬਚਾਇਆ ਤੇ ਉਹਨੇ ਵੇਖਿਆ ਤੇ ਆਖਿਆ ਗੁਰੂ ਸਾਹਿਬ ਜੀ ਮੈਨੂੰ ਸਿੰਘ ਸਜਾ ਦਿਓ, ਅਖੰਡੇ ਬਾਟੇ ਦਾਤ ਦੇ ਦਿਓ, ਮੈਂ ਵੀ ਸਿੰਘ ਬਣਨਾ ਚਾਹੁੰਦਾ। ਤੇ ਮੇਰੇ ਗੁਰੂ ਸਾਹਿਬ ਨੇ ਪਤਾ ਕੀ ਕਿਹਾ ਸੀ ਭਾਈ ਨੰਦ ਲਾਲ ਨੂੰ? ਭਾਈ ਨੰਦ ਲਾਲ ਜੀ ਸਿਰ ਸਾਡੇ 'ਚ ਤੇ ਔਰੰਗਜ਼ੇਬ 'ਚ ਕੋਈ ਫਰਕ ਨਹੀਂ ਰਹਿ ਜਾਣਾ। ਤੇਰਾ ਧਰਮ ਔਰੰਗਜ਼ੇਬ ਬਦਲਣਾ ਚਾਹੁੰਦਾ ਸੀ ਤੇ ਤੂੰ ਸਾਡੀ ਸ਼ਰਨ 'ਚ ਆਇਆ ਤੇ ਅਸੀਂ ਤੇਰਾ ਧਰਮ ਬਚਾਇਆ ਤੇ ਤੂੰ ਆਪਣੇ ਧਰਮ 'ਚ ਰਵੇ। ਤੇ ਜੇ ਅਸੀਂ ਤੇਰੀ ਮਜਬੂਰੀ ਦਾ ਫਾਇਦਾ ਲਗਾ ਕੇ ਤੇ ਅਸੀਂ ਤੈਨੂੰ ਸਿੰਘ ਸਜਾ ਦਿੱਤਾ ਤੇ ਲੋਕਾਂ ਨੇ ਕਹਿਣਾ ਕਲਗੀਆਂ ਵਾਲੇ ਨੇ ਇਹਦਾ ਧਰਮ ਬਦਲ ਦਿੱਤਾ। ਇਹ ਸਿਖਾਇਆ ਸਾਡੇ ਗੁਰੂ ਸਾਹਿਬ ਨੇ ਵੀ ਸੇਵਾ ਕਰੋ। ਮੈਂ ਅੱਗੇ ਵੀ ਜਿਹੜੀ ਵੀਡੀਓ ਪਾਈ ਉਹਦੇ 'ਚ ਦੱਸਿਆ ਸੀ
ਇਹ ਆਪਣਿਆਂ ਦਾ ਕਿਉਂ ਨਹੀਂ ਸੋਚਦੇ? ਜਿਹੜੇ ਇਹਨਾਂ ਦੇ ਆਪਣੇ ਆ, ਗਰੀਬ ਵਰਗ ਆ, ਜਿਹੜੇ ਵਿਚਾਰੇ ਰੁਲਦੇ ਫਿਰਦੇ ਆ, ਜਿਨ੍ਹਾਂ ਨੂੰ ਰੋਟੀ ਦਾ ਆਸਰਾ ਨਹੀਂ ਆ। ਮੈਂ ਇਹਨਾਂ ਨੂੰ ਦੱਸ ਦਿੱਤਾ ਵੀ ਲਾਗੇ ਬਿਲਕੁਲ ਨਾਗੀਆਣਾ ਸਾਹਿਬ ਦੀ ਧਰਤੀ ਤੇ ਉਦੋਗੇ ਪਿੰਡ, ਜਿੱਥੇ ਇੱਕ ਭੈਣ ਕ੍ਰਿਸਚਨ ਧਰਮ ਦੇ ਨਾਲ ਜੁੜੀ ਸੀ, ਜਿਹਦਾ ਇੱਕ ਛੋਟਾ ਜਿਹਾ ਬੱਚਾ ਸੀ, ਸਿਰ ਤੋਂ ਉਹਦਾ ਜਿਹੜਾ ਘਰ ਵਾਲਾ ਸੀ ਸਾਈ ਉੱਠ ਚੁੱਕਾ ਸੀ ਦੁਨੀਆ ਤੋਂ, ਉਹਦਾ ਕੋਈ ਸਹਾਰਾ ਨਹੀਂ ਸੀ ਹੈਗਾ। ਆਹ ਦਿਨਾਂ ਦੇ ਵਿੱਚ ਹਰ ਇੱਕ ਦੇ ਘਰ ਬੱਤੀ ਆ, ਹਰ ਇੱਕ ਦੇ ਘਰ ਪਾਣੀ ਆ, ਉਹਦੇ ਘਰ ਬੱਤੀ ਨਹੀਂ ਸੀ, ਉਹਦੇ ਘਰ ਪਾਣੀ ਨਹੀਂ ਸੀ, ਤੇ ਉਹਦੇ ਘਰ ਸਿਰ ਤੇ ਛੱਤ ਨਹੀਂ ਸੀ। ਤੇ ਬਾਬੇ ਨਾਨਕ ਦੀ ਸੰਗਤ ਉੱਥੇ ਗਈ ਤੇ ਉਹ ਜੁੜੀ ਸੀ, ਨਰੂਲੇ ਜਾਂਦੀ ਸੀ, ਨਰੂਲੇ ਪਾਦਰੀ ਦੇ ਨਾਲ ਜੁੜੀ ਸੀ, ਜਲੰਧਰ ਚਰਚ ਤੇ ਜਾਂਦੀ ਸੀ। ਪਰ ਉਹਨੂੰ ਇਹ ਥੋੜ੍ਹਾ ਕਿਹਾ ਸੀ ਭੈਣ ਵੀ ਅਸੀਂ ਤੇਰੀ ਸੇਵਾ ਤਾਂ ਕਰਨੀ, ਜਾਂ ਸਾਹਮਣੇ ਬਾਬੇ ਨਾਨਕ ਦਾ ਦਾਰੀ ਤੇ ਉੱਥੇ ਜੁੜ, ਕਿਸੇ ਦੀ ਗਰੀਬ ਦੀ ਸੇਵਾ ਕਰੋ। ਜੇ ਤੁਸੀਂ ਕਹਿੰਦੇ ਸੇਵਾ ਕੀਤੀ ਹੈ ਜੀ ਅਸੀਂ, ਪਰ ਤੁਹਾਡੀ ਸੇਵਾ ਦੇ ਵਿੱਚ ਜਿਹੜੀ ਸੇਵਾ ਭਾਵਨਾ ਨਹੀਂ, ਤੁਸੀਂ ਮੈਜੋਰਟੀ ਤਿਆਰ ਕਰ ਰਹੇ ਜੀ, ਤੁਸੀਂ ਕਿਸੇ ਦਾ ਧਰਮ ਜੋੜ ਰਹੇ ਜੇ, ਜਿਹੜਾ ਬਹੁਤਾ ਹੀ ਪਾਪ ਹੈ ਜਿਹਨੂੰ ਕਹਿ ਸਕਦੇ ਆ। ਕਿਸੇ ਦੇ ਘਰ ਦੇ ਨਾਲ ਤੋੜ ਦੇਣਾ, ਕਿਸੇ ਦੇ ਧਰਮ ਨਾਲ ਤੋੜ ਕੇ ਆਪਣੇ ਨਾਲ ਜੋੜ ਦੇਣਾ, ਇਹ ਸੇਵਾ ਥੋੜ੍ਹਾ ਹੈਗੀ ਹੈ, ਇਹ ਤਾਂ ਵਪਾਰ ਹੈਗਾ ਆ। ਇਸ ਵਾਸਤੇ ਇਹਨਾਂ ਨੂੰ ਬੇਨਤੀ ਹੈ ਹੋਏ ਵੀ ਵੇਖੋ, ਨਾ ਅਸੀਂ ਕਿਸੇ ਦੇ ਧਰਮ ਤੇ ਵਾਰ ਕਰਦੇ ਆ, ਨਾ ਅਸੀਂ ਕਿਸੇ ਨਾਲ, ਇਹ ਕਿੱਡੇ ਬਾਬੇ ਨਾਨਕ ਦੀ ਸੰਗਤ ਤੋਂ ਅਮੀਰ ਨਹੀਂ ਹੈਗੇ। ਜੇ ਬਾਬੇ ਨਾਨਕ ਨੇ ਸਾਨੂੰ ਸੇਵਾ ਕਰਨੀ ਸਿਖਾਈ ਆ ਨਾ, ਤੇ ਜੇ ਵਪਾਰ ਕਰਨਾ ਦੱਸਿਆ ਹੁੰਦਾ ਤਾਂ ਇੱਕੋ ਦਿਨ ਸਾਰੇ ਖਰੀਦ ਲੈਂਦੇ। ਜਿੰਨੀ ਬਾਬੇ ਨਾਨਕ ਦੀ ਸੰਗਤ ਤੇ ਕਿਰਪਾ ਆ, ਬਾਬੇ ਨਾਨਕ ਸੰਗਤ ਤੇ, ਇਹ ਕਿੱਡੇ ਅਮੀਰ ਆ। ਅਸੀਂ ਤੇ ਇਹ ਕੰਮ ਚਾਹੁੰਦੇ ਨਹੀਂ। ਆਪਾਂ ਤੇ ਇਹਨਾਂ ਦੇ ਵੇਖੋ, ਆਪਾਂ ਬਾਬੇ ਨਾਨਕ ਨੇ ਸਿਖਾਇਆ ਵੀ ਕਦੀ ਨਹੀਂ ਵੇਖਣਾ ਵੀ ਹਿੰਦੂ ਆ, ਇਹ ਮੁਸਲਮਾਨ ਆ, ਇਹ ਸਾਈ ਆ, ਇਹ ਚਾਹੇ ਬਾਬੇ ਨਾਨਕ ਦੀ ਸੰਗਤ ਨਾਲ ਜੁੜਿਆ ਆ। ਸੇਵਾ ਕਰੋ, ਇੱਕ ਨਿਸ਼ਕਾਮ ਸੇਵਾ ਕਰੋ, ਸਾਰਿਆਂ ਨੂੰ ਇੱਕ ਸਮਝ ਕੇ ਸੇਵਾ ਕਰੋ। ਕੋਈ ਬਾਬੇ ਨਾਨਕ ਨੇ ਸਾਂਝੀ ਵਾਰਤਾ ਦਾ ਸੁਨੇਹਾ ਦਿੱਤਾ ਆ, ਤੇ ਇਹਦੇ ਵਾਸਤੇ ਆਪਾਂ ਵੇਖੋ ਸਤਿਕਾਰ ਕਰਦੇ ਹਾਂ ਸਾਰਿਆਂ ਦਾ। ਧਰਮ ਕੋਈ ਮਾਰਾ ਨਹੀਂ, ਮੇਰੇ ਬਾਬੇ ਨਾਨਕ ਨੇ ਕਿਹਾ ਧਰਮ ਕੋਈ ਮਾਰਾ ਨਹੀਂ, ਪੂਜਨਯੋਗ ਧਰਮ ਮੰਨੋ ਆਪੋ ਆਪਣੇ ਨੂੰ, ਪਰ ਕਿਸੇ ਦੀ ਨਿੰਦਿਆ ਨਾ ਕਰੋ। ਜਿਹੜਾ ਕਿਸੇ ਨਾਲ ਜੁੜਿਆ, ਬਾਬੇ ਨਾਨਕ ਦੀ ਬਾਣੀ ਨੇ ਵੀ ਕਿਹਾ, ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਇਹ ਵੀ ਕਹਿਤਾ, ਜਿਹੜਾ ਹਿੰਦੂ ਆਪਣੇ ਧਰਮ 'ਚ ਪੱਕਾ ਰਵੇ, ਮੁਸਲਮਾਨ ਆਪਣੇ ਧਰਮ 'ਚ ਪੱਕਾ ਰਵੇ, ਸਿੱਖ ਆਪਣੇ ਧਰਮ 'ਚ ਪੱਕਾ ਰਵੇ, ਹੋਵੇ ਪੱਕਾ। ਪਰ ਇਹ ਥੋੜ੍ਹਾ ਕਿਹਾ ਵੀ ਭਾਈ ਤੂੰ ਜੇ ਬਾਬੇ ਨਾਨਕ ਦੇ ਨਾਲ ਜੁੜਿਆ ਤੇ ਤੂੰ ਉਹ ਧਰਮ ਜੋੜ ਕੇ ਤੇ ਆਪਣੇ ਨਾਲ ਜੋੜੀ ਜਾ, ਜਬਰੀ ਕਰੀ ਜਾ। ਫਿਰ ਉਹ ਤੇ ਉਹ ਜਿਹੜੇ ਹਾਕਮ ਸੀ ਉਹ ਵੀ ਇਹੋ ਕੰਮ ਕਰਦੇ ਸੀ, ਔਰੰਗਜ਼ੇਬ ਵਰਗੇ। ਇਹ ਤੇ ਫਿਰ ਰਾਜ ਉਹੋ ਜਿਹਾ ਫਿਰ ਆਉਣ ਡਿਆ ਨਾ ਵੀ ਆਪਾਂ ਇੱਕ ਹੀ ਧਰਮ ਕਰਨਾ, ਵੀ ਮੈਜੋਰਟੀ ਤਿਆਰ ਕਰ ਲੈਣੀ ਇਕੱਠੀ। ਮੈਂ ਇਹਨਾਂ ਨੂੰ ਇਹ ਵੀ ਗੱਲ ਕਹਿਣਾ, ਜੇ ਕੋਈ ਸਾਡੇ ਬਾਬੇ ਨਾਨਕ ਦੇ ਧਰਮ ਦੇ ਨਾਂ ਲੈ ਕੇ, ਸੇਵਾ ਭਾਵਨਾ ਲੈ ਕੇ ਤੁਹਾਡੇ ਪਰਿਵਾਰਾਂ ਨੂੰ ਲਾਲਚ ਦੇ ਕੇ ਜੇ ਬਾਬੇ ਨਾਨਕ ਦੇ ਨਾਲ ਜੋੜਦਾ ਤੇ ਸਾਨੂੰ ਉਹ ਵੀ ਦੱਸੋ। ਅਸੀਂ ਇਹ ਨਹੀਂ ਕਹਿੰਦੇ, ਅਸੀਂ ਕਹਿੰਦੇ ਵੀ ਜੇ ਸਾਡਾ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਸਾਨੂੰ ਦੱਸੋ ਵੀ ਇਹ ਵੀ ਲਾਲਚ ਦੇ ਕੇ ਸਾਨੂੰ ਜੋੜਨ ਡਿਆ। ਪਰ ਮੈਨੂੰ ਮਾਣ ਹੈ ਆਪਣੀ ਸਿੱਖ ਕੌਮ ਤੇ, ਕੋਈ ਇੱਕ ਵੀ ਇਹੋ ਜਿਹਾ ਕੇਸ ਨਹੀਂ ਹੋਊਗਾ ਵੀ ਜਿਹੜਾ ਅਸੀਂ ਕਿਸੇ ਦੀ ਸੇਵਾ ਕਰਕੇ ਉਹਦਾ ਵਪਾਰ ਕੀਤਾ ਹੋਵੇਗਾ। ਆਪਾਂ ਸੇਵਾ ਕੀਤੀ ਹੋਵੇਗੀ ਬਾਬੇ ਨਾਨਕ ਦੀ ਸੰਗਤ ਦੀ, ਵੇਖਿਆ ਹੋਵੇਗਾ। ਦੁਨੀਆ ਵੇਖਦੀ ਆ ਵੀ ਇਹਨਾਂ ਨੇ ਉਹ ਲੋਕ ਨੇ ਜਿਨ੍ਹਾਂ ਨੇ ਕਦੀ ਪੁੱਛਿਆ ਨਹੀਂ। ਲੋਕਡਾਊਨ ਲੱਗਾ ਤੇ ਘਰਾਂ ਦੇ ਵਿੱਚ ਇਹ ਨਹੀਂ ਜਾ ਕੇ ਪੁੱਛਿਆ ਵੀ ਤੂੰ ਬਾਬੇ ਨਾਨਕ ਦੇ ਘਰ ਜਾਂਦਾ, ਕਿ ਤੂੰ ਚਰਚ ਜਾਂਦਾ, ਕਿ ਤੂੰ ਮੰਦਿਰ ਜਾਂਦਾ, ਤੂੰ ਕਿੱਥੇ ਜਾਂਦਾ। ਸਾਰਿਆਂ ਨੇ ਘਰ ਸੇਵਾ ਕੀਤੀ। ਇਹ ਉਹ ਬਾਬੇ ਨਾਨਕ ਦੀ ਸੰਗਤ ਹੈ। ਪਰ ਦੁੱਖ ਦੀ ਗੱਲ ਹੈ ਵੀ ਜਦੋਂ ਸਾਡੇ ਤੇ ਹਮਲਾ ਕੀਤਾ ਜਾਂਦਾ ਹੈ, ਜੇ ਸਾਡੇ ਧਰਮ ਨੂੰ ਤਾਂ ਸ਼ੁਰੂ ਤੋਂ ਮਕਾਉਂਦੇ ਆਏ ਨੇ, ਸ਼ੁਰੂ ਤੋਂ ਹੀ ਸਰਕਾਰਾਂ ਸਾਡੇ ਤੇ ਹਮਲਾ ਕਰਦੀਆਂ ਆਈਆਂ ਨੇ। ਇਹ ਕੋਈ ਨਵਾਂ ਹਮਲਾ ਨਹੀਂ ਹੋ ਰਿਹਾ। ਇਹ ਸਿੱਖ ਕੌਮ ਜਦੋਂ ਦੀ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਹਦੇ ਤੇ ਹਮੇਸ਼ਾ ਹੀ ਇਹਨੂੰ ਖਤਮ ਕਰਨ ਦੀ ਗੱਲ, ਕੋਈ 2% ਬੇਸ਼ੱਕ ਕਹਿ ਦਿੰਦਾ, ਕੋਈ ਕੁਝ ਕਹਿ ਦਿੰਦਾ ਏ, ਪਰ ਆਪਾਂ ਹਮੇਸ਼ਾ ਵੱਧਦੇ ਹੀ ਗਏ ਆ। ਜਿਉਂ ਸਾਨੂੰ ਖਤਮ ਕਰਦੇ ਗਏ ਨੇ, ਉਹ ਸਾਡਾ ਧਰਮ ਵੱਧ ਰਿਹਾ ਏ, ਉਹ ਸਾਡੀ ਸੇਵਾ ਭਾਵਨਾ ਵੱਧ ਰਹੀ ਹੈ। ਅਸੀਂ ਕੁਰਬਾਨੀਆਂ ਦੇਣ ਵਾਲੇ ਆ, ਅਸੀਂ ਸੇਵਾ ਭਾਵਨਾ ਨਾਲ ਜੁੜੇ ਆ, ਅਸੀਂ ਬਾਬੇ ਨਾਨਕ ਦੇ ਰਸਤੇ ਤੇ ਚੱਲਣ ਵਾਲੇ ਆ। ਇਸ ਵਾਸਤੇ ਗੁਰੂ ਸਾਹਿਬ ਕਿਰਪਾ ਕਰੇ, ਇਹ ਧਰਮ ਨੂੰ ਇਹੋ ਜਿਹੇ ਤਾਰ ਪੇੜੇ ਕਰਕੇ ਨਾ ਖਤਮ ਕੀਤਾ ਜਾ ਸਕਦਾ ਏ, ਨਾ ਸਾਡੇ ਨਾਲ ਜੁੜਿਆਂ ਨੂੰ ਤੋੜਿਆ ਜਾ ਸਕਦਾ। ਮੈਂ ਬੇਨਤੀ ਕਰਦਾ ਹਾਂ, ਇਹ ਸਾਨੂੰ ਉਪਰਾਲੇ ਕਰਨੇ ਪੈਣੇ ਆ। ਇਹ ਸਾਨੂੰ ਆਪਣੇ ਪਿੰਡਾਂ 'ਚ ਚੱਲਣਾ ਪੈਣਾ ਏ, ਇਹ ਸਾਨੂੰ ਆਪਣੇ ਘਰਾਂ 'ਚ ਚੱਲਣਾ ਪੈਣਾ ਏ, ਸਾਨੂੰ ਆਪਣਿਆਂ ਦੀਆਂ ਮਜਬੂਰੀਆਂ ਪੁੱਛਣੀਆਂ ਪੈਣੀਆਂ ਨੇ, ਸਾਨੂੰ ਆਪਣੇ ਪਰਿਵਾਰਾਂ ਦਾ ਖਿਆਲ ਰੱਖਣਾ ਪੈਣਾ ਏ ਵੀ ਇਹਨਾਂ ਦੀ ਕਿਹੜੀ ਉਹ ਕਮੀ ਹੈ ਜਿਹੜੀ ਉਹ ਲੱਭਦੇ ਨੇ, ਕਿਹੜੀ ਇਹਨਾਂ ਦੀ ਉਹ ਨਬਜ ਆ, ਕਿਹੜੀ ਉਹ ਨਬਜ ਨਾਰ ਆ ਜਿਹੜੀ ਉਹ ਪਰਖ ਲੈਂਦੇ ਨੇ ਵੀ ਇਹਨਾਂ ਨੂੰ ਆਹ ਚੀਜ਼ ਦੀ ਲੋੜ ਆ, ਤੇ ਉਹੀ ਚੀਜ਼ ਦੇ ਨਾਲ ਇਹ ਜੋੜਦੇ ਨੇ। ਆਪਾਂ ਆਪੋ ਆਪਣਾ ਪਿੰਡ ਸਾਂਭੀਏ, ਆਪੋ ਆਪਣੇ ਨਗਰ ਸਾਂਭੀਏ, ਉਹਨਾਂ ਦਾ ਖਿਆਲ ਰੱਖੀਏ, ਨਗਰਾਂ ਤੋਂ ਚੱਲੀਏ ਤੇ ਹਲਾਰਾ ਮਾਰੀਏ, ਕਿਉਂਕਿ ਇਹ ਜਿਹੜਾ ਬਹੁਤ ਵੱਡਾ ਇੱਕ ਅਟੈਕ ਹੋ ਰਿਹਾ ਫਿਰ ਸਿੱਖ ਕੌਮ ਤੇ, ਅਟੈਕ ਕਹਿ ਸਕਦੇ ਇਹਨੂੰ, ਅਟੈਕ। ਇਹ ਜਿਹੜਾ ਸਾਡੀ, ਇਹ ਵੀ ਇੱਕ ਬਹੁਤ ਵੱਡੀ ਲੜਾਈ ਹੈ, ਇਹ ਵੀ ਸਾਡਾ ਇੱਕ ਸੰਘਰਸ਼ ਹੀ ਹੈ। ਅਸੀਂ ਹੈ ਤਾਂ ਸੰਘਰਸ਼ੀ ਹਾਂ, ਸ਼ੁਰੂ ਤੋਂ ਹੀ ਬਾਬੇ ਨਾਨਕ ਦੇ ਸਿੱਖ ਹੈ ਸੰਘਰਸ਼ੀ, ਆਪਾਂ ਸੰਘਰਸ਼ ਹੀ ਕਰਦੇ ਆਏ ਹਾਂ। ਇਹ ਵੀ ਬੜਾ ਤਕੜਾ ਸੰਘਰਸ਼, ਇਹ ਸੰਘਰਸ਼ ਦੇ ਵਿੱਚ ਸਾਨੂੰ ਅੱਗੇ ਆਉਣਾ ਪੈਣਾ। ਇਹ ਨਾ ਹੋਵੇ ਆਪਾਂ ਕਹਿ ਦਿੰਦੇ ਆ ਭਗਤ ਸਿੰਘ ਜੰਮੇ
ਗਵਾਂਢੀ ਦੇ ਘਰ ਜੰਮੇ ਨਹੀਂ, ਅੱਖਾਂ ਨਹੀਂ ਬੰਦ ਕਰਦੀਆਂ। ਇਹ ਸਾਨੂੰ ਆਪ ਬਣਨਾ ਪੈਣਾ ਹੈ, ਸਾਨੂੰ ਗੁਰੂ ਦੇ ਸਿੱਖ ਆਪ ਬਣਨਾ ਪੈਣਾ, ਬਾਬੇ ਨਾਨਕ ਦੇ ਸੱਚੇ ਸਿੱਖ ਬਣ ਕੇ। ਇਹ ਇੱਕ ਬੜੀ ਵੱਡੀ ਸੇਵਾ ਆ, ਜੇ ਕਿਸੇ ਨੂੰ ਤੁਸੀਂ ਨਾਲ ਜੋੜਦੇ ਜੇ। ਗੁਰੂ ਸਾਹਿਬ ਜੀ ਕਹਿੰਦੇ ਜੋੜਨ ਵਰਗਾ ਫਲ ਕੋਈ ਨਹੀਂ, ਤੋੜਨ ਵਰਗਾ ਪਾਪ ਕੋਈ ਨਹੀਂ। ਇਸ ਵਾਸਤੇ ਇਹ ਲੋਕ ਨਹੀਂ ਸੋਚਦੇ ਇਹ ਚੀਜ਼ਾਂ। ਇਹ ਲੋਕ ਜਿਹੜਾ ਇਹ ਵਪਾਰ ਕਰ ਰਹੇ ਨੇ, ਇਹ ਵਪਾਰੀ ਨੇ, ਇਹ ਸੇਵਾ ਭਾਵਨਾ ਵਾਲੇ ਨਹੀਂ, ਇਹ ਸੇਵਾ ਨਹੀਂ ਹੈ। ਬਾਬੇ ਨਾਨਕ ਦੇ ਸੇਵਾਦਾਰ ਆ। ਤੇ ਆਪਾਂ ਸਾਰੇ ਇੱਕ ਹਲਾਰਾ ਮਾਰੀਏ, ਇਕੱਠੇ ਹੋਈਏ। ਸਿੱਖ ਕੌਮ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਕੋਈ ਦੇਸਾਂ ਵਿਦੇਸਾਂ 'ਚ ਬੈਠੇ ਮੇਰੇ ਭੈਣ ਭਰਾ, ਆਪਣੇ ਨਗਰਾਂ 'ਚ ਫੋਨ ਕਰੋ, ਆਪਣੇ ਜਿੱਥੇ ਜਿੱਥੇ ਤੁਹਾਡਾ ਸੰਪਰਕ ਆ ਉੱਥੇ ਕਰੋ ਵੀ ਜਿਹੜੀ ਸੇਂਗ ਲੱਗ ਰਹੀ ਆ ਨਾ, ਇਹਦੇ ਤੇ ਹੁਣੇ ਹੀ ਦਵਾਈ ਪਾ ਦਈਏ। ਨਹੀਂ ਤੇ ਇਹ ਜਿਹੜੀ ਸੇਂਗ ਨਾ ਸਾਰੇ ਪਿੰਡ ਨੂੰ ਖਾ ਜਾਂਦੀ ਆ। ਸੇਂਗ ਇੱਕ ਘਰ ਤੋਂ ਚੱਲਦੀ, ਹੌਲੀ ਹੌਲੀ ਸਾਰਾ ਪਿੰਡ ਕਹਿੰਦੇ ਵੀ ਪਿੰਡ ਦੇ ਅੰਦਰ ਹੀ ਸੇਂਗ ਲੱਗ ਗਈ ਹੈ। ਤੇ ਜਿਹੜੀ ਜਗ੍ਹਾ ਤੇ ਸੇਂਗ ਲੱਗ ਜਾਂਦੀ ਹੈ ਨਾ, ਉਹ ਫਿਰ ਕਾਮਯਾਬ ਨਹੀਂ ਹੁੰਦੀ। ਬੜੀਆਂ ਦਵਾਈਆਂ ਪਾਉਣੀਆਂ ਪੈਂਦੀਆਂ ਬੜੀਆਂ, ਪਰ ਸੇਂਗ ਲੱਗਣ ਤੋਂ ਪਹਿਲਾਂ ਹੀ ਜੇ ਦਵਾਈ ਪਾ ਦੋਗੇ ਨਾ ਤੇ ਉਹਦਾ ਫਰਕ ਪੈ ਜਾਂਦਾ ਆ, ਉਹਦਾ ਅਸਰ ਹੋ ਜਾਂਦਾ ਆ। ਜੇ ਇਹ ਦਵਾਈ, ਇਹ ਬਿਮਾਰੀ ਚੱਲ ਰਹੀ ਹੈ ਤੇ ਇਹਦਾ ਇਲਾਜ ਕਰ ਲਈਏ। ਜਿੱਥੇ ਵੇਖੋ ਕਈ ਇਹੋ ਜਿਹੇ ਤੁਹਾਨੂੰ ਨਗਰ ਮਿਲਣਗੇ, ਜਿੱਥੇ ਇਹੋ ਜਿਹੇ ਪਿੰਡ ਮਿਲਣਗੇ ਜਿਹੜੇ ਸੁੱਤੇ ਹੀ ਰਹਿ ਗਏ, ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਵੀ ਸਾਨੂੰ ਕੀ ਹੈ, ਇਹੋ ਹੀ ਆ ਵੀ ਸਾਨੂੰ ਕੀ ਆ, ਕੋਈ ਜੁੜਿਆ ਤੇ ਕੋਈ ਜੁੜ ਲੈਣ ਦੋ। ਕਰਦਿਆਂ ਉਹ ਪਿੰਡ ਜਿਹੜੇ ਆਪਣੇ ਧਰਮ ਹੀ ਬਦਲ ਗਏ ਨੇ। ਮੇਰਾ ਸਹੁਰਾ ਪਰਿਵਾਰ ਪਿੰਡ ਉੱਥੇ ਮੁਸਤਰਾਪੁਰ, ਉੱਥੇ ਸਾਰੇ ਹੀ ਜੋ ਗੁਰੂ ਨਾਨਕ ਦੇ ਧਰਮ ਦੇ ਨਾਲ ਜੁੜੇ ਸਨ, ਮਜ਼੍ਹਬੀ ਸਿੰਘ ਸਨ। ਅੱਜ ਉੱਥੇ ਰਿਹਾ ਹੀ ਕੋਈ ਨਹੀਂ, ਸਾਰੇ ਕ੍ਰਿਸਚਨ ਭਾਈਚਾਰਾ ਹੀ। ਉਹਨਾਂ ਨੇ ਆਪਣੀਆਂ ਧੀਆਂ ਵੀ ਕ੍ਰਿਸਚਨ ਘਰ ਵਿਆਹੀਆਂ, ਪੁੱਤ ਵੀ ਕ੍ਰਿਸਚਨ ਘਰ ਵਿਆਹੇ, ਅਗਲੇ ਲਾਣਾ ਹੀ ਬਦਲ ਦਿੱਤਾ। ਤੇ ਜੇ ਉਹ ਉੱਥੇ ਵੀ ਆਪਾਂ, ਜੇ ਉਹ ਪਿੰਡ ਕਰਦਾ ਕਾਰਵਾਈ, ਜਾਗ ਜਾਂਦੇ ਤੇ ਉਹ ਨਾ ਬਦਲਦੇ। ਹੁਣ ਉੱਥੇ ਕੋਈ ਵੀ ਮਜ਼੍ਹਬੀ ਸਿੰਘ ਨਹੀਂ ਰਿਹਾ, ਸਾਰੇ ਕ੍ਰਿਸਚਨ ਧਰਮ, ਯਾਨੀ ਕਿ ਪਹਿਲਾਂ ਕ੍ਰਿਸਚਨ ਧਰਮ ਉੱਥੇ ਹੈ ਹੀ ਨਹੀਂ ਸੀ। ਇੱਕ ਵੱਲ ਵੇਖ ਕੇ, ਦੋ ਵੱਲ ਵੇਖ ਕੇ ਇਹੋ ਜਿਹੀ ਲਾਗ ਲੱਗਦੀ ਹੈ ਤੇ ਇਹ ਲਾਗ ਲੱਗਦੀ ਹੌਲੀ ਹੌਲੀ ਵੱਧਦੀ ਜਾਂਦੀ ਆ। ਤੇ ਇਸ ਵਾਸਤੇ ਇਹਨੂੰ ਰੋਕਣ ਵਾਸਤੇ ਆਪਾਂ ਸਾਰਿਆਂ ਨੇ ਵੇਖਿਆ ਵੀ ਇਹ ਉਪਰਾਲਾ ਕਰਨਾ ਪੈਣਾ, ਸਾਨੂੰ ਅੱਗੇ ਆਉਣਾ ਪੈਣਾ, ਅੱਗੇ ਆਣ ਕੇ ਤੈਨੂੰ ਡੱਕਣਾ ਪੈਣਾ। ਆਪਾਂ ਉਹ ਜੋ ਪਾਦਰੀ ਨੂੰ ਵੀ ਇੱਕ ਕਹਿ ਦਈਏ ਪਿਆਰ ਦੇ ਨਾਲ ਪਹਿਲਾਂ ਸਮਝਾ ਦਿੱਤਾ ਹੈ ਵੀ ਭਾਈ ਵੇਖ, ਸਾਡੇ ਨਗਰ ਦੀ ਗੱਲ ਹੈ, ਸਾਡੇ ਭਰਾ ਨੇ, ਅਸੀਂ ਉਹਨਾਂ ਨੂੰ ਸਾਂਭ ਲਾਂਗੇ। ਜੇ ਉਹਨਾਂ ਦੀ ਕੋਈ ਲੋੜ ਆ, ਕੋਈ ਉਹਨਾਂ ਦੀ ਜ਼ਰੂਰਤ ਆਪਾਂ ਪੂਰੀ ਕਰ ਲਾਂਗੇ। ਪਰ ਜੇ ਹੁਣ ਸਾਡੇ ਪਰਿਵਾਰਾਂ ਨੂੰ ਤੂੰ ਜੋੜਨਾ ਸ਼ੁਰੂ ਕੀਤਾ ਤੇ ਫਿਰ ਜੇ ਤੂੰ ਸਾਡੇ ਨਗਰ 'ਚ ਆਵੇਂਗਾ ਤੇ ਫਿਰ ਤੂੰ ਜਿਹੜੀ ਕਾਰਵਾਈ ਹੋਏਗੀ ਉਹਦਾ ਜ਼ਿੰਮੇਵਾਰ ਵੀ ਤੂੰ ਹੀ ਹੋਵੇਂਗਾ। ਕਿਉਂਕਿ ਹੁਣ ਬਾਬੇ ਨਾਨਕ ਦੀ ਸੰਗਤ ਜਾਗ ਗਈ ਹੈ, ਅਸੀਂ ਅੱਖਾਂ ਬੰਦ ਕਰਕੇ ਚੀਜ਼ ਨਹੀਂ ਦੇਖ ਸਕਦੇ। ਤੁਹਾਡਾ ਵਪਾਰ ਨਹੀਂ ਹੁਣ ਚੱਲਣ ਦੇਣਾ, ਠੀਕ ਹੈ? ਸੇਵਾ ਕਰਦੇ ਤੁਸੀਂ ਦੱਸੋ, ਆਪਾਂ ਤੁਹਾਨੂੰ ਦੱਸਦੇ ਹਾਂ ਵੀ ਸੇਵਾ ਤੁਸੀਂ ਕਰਨੀ ਆ, ਅਸੀਂ ਦਿੰਦੇ ਤੁਹਾਨੂੰ ਪਰਿਵਾਰ, ਤੁਸੀਂ ਸੇਵਾ ਕਰੋ। ਜੇ ਤੂੰ ਕਹਿੰਦੇ ਸੇਵਾ ਕੀਤੀ ਆ ਜੀ, ਅਸੀਂ ਕਿਹਦਾ ਭਲਾ ਕਰਦੇ ਹਾਂ, ਧੰਨਵਾਦ ਤੁਹਾਡਾ, ਜੀ ਆਇਆਂ ਨੂੰ ਕਰੋ, ਭਲਾ ਕਰੋ, ਸੇਵਾ ਕਰੋ, ਪਰ ਕਿਸੇ ਦਾ ਧਰਮ ਨਾ ਬਦਲੋ। ਨਾ ਅਸੀਂ ਵੀ ਸੇਵਾ ਕੀਤੀ, ਬਾਬੇ ਨਾਨਕ ਨੇ ਸਾਨੂੰ ਵੀ ਸਿਖਾਈ ਆ, ਆਪਾਂ ਵੀ ਕਰਦੇ ਆ, ਤੇ ਪਰ ਆਪਾਂ ਇਹ ਕੰਮ ਨਹੀਂ ਕਰਦੇ ਜਿਹੜਾ ਉਹ ਕੰਮ ਕਰਦੇ। ਇਸ ਵਾਸਤੇ ਇਹ ਸਭ ਕੁਝ ਕਰਨਾ ਪੈਣਾ, ਸਾਨੂੰ ਜਾਗਣਾ ਪੈਣਾ, ਸਿੱਖ ਸੰਸਥਾਵਾਂ ਨੂੰ ਅੱਗੇ ਆਉਣਾ ਪੈਣਾ ਏ ਤੇ ਵੇਖਣਾ ਪੈਣਾ ਸਾਡੇ ਵਿੱਚ ਕਿਹੜੀਆਂ ਕਮੀਆਂ ਨੇ, ਸਾਡੇ ਵਿੱਚ ਉਹ ਕਿਹੜੀਆਂ ਕਿਰਤਾਂ ਨੇ ਜਿਨ੍ਹਾਂ ਕਰਕੇ ਸਾਡੇ ਜਿਹੜੇ ਆ ਗਰੀਬ ਦਬਕਾ, ਸਾਡੇ ਪਰਿਵਾਰ ਜਿਹੜੇ ਨੇ ਉਹ ਸਾਡੇ ਨਾਲੋਂ ਟੁੱਟ ਰਹੇ ਨੇ। ਇਹ ਚੀਜ਼ਾਂ ਕਰਕੇ ਕੋਈ ਵੇਖੋ, ਜੇ ਕੋਈ ਇਲਾਜ ਕਰਕੇ ਜਾਂਦਾ ਏ, ਚਾਹੇ ਕੋਈ ਪੜ੍ਹਾਈ ਕਰਕੇ ਜਾਂਦਾ ਹੈ, ਬੱਚਿਆਂ ਨੂੰ ਲਾਲਚ ਦਿੱਤਾ ਜਾਂਦਾ ਹੈ ਵੀ ਚਾਹੇ ਤੁਹਾਡੇ ਬੱਚੇ ਅਸੀਂ ਵਧੀਆ ਕੌਨਵੈਂਟ ਸਕੂਲਾਂ 'ਚ ਪੜ੍ਹਾ ਦਾਂਗੇ, ਚਾਹੇ ਤੁਹਾਡੇ ਅਸੀਂ ਇਲਾਜ ਕਰਾ ਦਾਂਗੇ। ਤੇ ਇਹਦੇ ਵਿੱਚ ਇਹ ਆ ਵੀ ਸਾਨੂੰ ਸੋਚਣਾ ਪੈਣਾ ਵੀ ਅਸੀਂ ਵੀ ਕਿਉਂ ਨਾ ਉਪਰਾਲਾ ਕਰੀਏ ਵੀ ਆਪਣਿਆਂ ਨੂੰ ਹੀ ਜੋੜੀਏ ਤੇ ਆਪਣਿਆਂ ਦਾ ਹੀ ਜਿੱਦਾਂ ਇਲਾਜ ਹੋ ਜੇ, ਪੜ੍ਹਾਈ ਵੇਖੀਏ। ਇਹ ਸਾਨੂੰ ਸਾਰਿਆਂ ਨੂੰ ਅੱਗੇ ਆਣ ਕੇ ਨਾ, ਇਹ ਬੜੀ ਵੱਡੀ ਲੜਾਈ ਹੈ, ਜੇ ਸ਼ੁਰੂ ਹੀ ਆ। ਇਹ ਹਜੇ ਇਹਨਾਂ ਚੀਜ਼ਾਂ ਦੇ ਵਿਚਾਰ ਕਰਨ ਵਾਸਤੇ ਜੇ ਸਾਨੂੰ ਸਿੱਖ ਜਿਹੜੇ ਆਪਣੇ ਸੰਸਥਾਵਾਂ ਨੇ, ਇਹ ਸਾਡੇ ਵੱਡੇ ਜਿਹੜੇ ਸਿੱਖ ਪੰਥ ਦੇ ਸਰਮੌਰ ਨੇ, ਉਹਨਾਂ ਦੀਆਂ ਵਿਚਾਰਾਂ ਵੀ ਲੈਣੀਆਂ ਪੈਣੀਆਂ, ਉਹਨਾਂ ਦੇ ਨਾਲ ਲੈ ਕੇ ਉਹਨਾਂ ਨੂੰ ਚੱਲਣਾ ਪੈਣਾ। ਆਪਾਂ ਜਾਗੇ ਆ, ਸ਼ੁਰੂ ਕਰੀਏ, ਆਪਾਂ ਪਹਿਲਾ ਕਦਮ ਪੁੱਟਿਆ ਏ, ਹੁਣ ਆਪਾਂ ਸਾਰੇ ਇਕੱਠੇ ਰਲ ਕੇ ਤੇ ਗਾਂ ਉਪਰਾਲਾ ਕਰੀਏ। ਇਹ ਜੇ ਇਹ ਪਿੰਡ ਆ, ਫਿਰ ਹੋਰ ਪਿੰਡ ਆ, ਕਿੱਥੇ ਜਿੱਥੇ ਕਿਤੇ ਲੋੜ ਆ, ਜਿੱਥੇ ਵੀ ਪਿੰਡ ਦੇ ਵਿੱਚ ਸੇਂਕ ਲੱਗ ਰਹੀ ਹੈ, ਉਹ ਸਾਨੂੰ ਦੱਸ ਦੇਣ, ਆਪਾਂ ਜਾ ਕੇ ਹੱਥ ਜੋੜ ਲਾਂਗੇ। ਆਪਾਂ ਜਾ ਕੇ ਪਿਆਰ ਨਾਲ ਉਹਨਾਂ ਆਪਣੇ ਭਰਾਵਾਂ ਨੂੰ, ਆਪਣੇ ਉਹਨਾਂ ਪਰਿਵਾਰਾਂ ਨੂੰ ਬਾਬੇ ਨਾਨਕ ਦੀ ਸੰਗਤ ਅੱਗੇ ਹੱਥ ਜੋੜ ਲਾਂਗੇ ਵੀ ਭਾਈ ਇਹ ਉਹ ਧਰਮ ਹੈ, ਇਹ ਉਹ ਉੱਚਾ ਸੁੱਚਾ ਧਰਮ ਹੈ, ਬਾਬੇ ਨਾਨਕ ਦਾ ਘਰ ਆ, ਇਹ ਉਹ ਬਾਬੇ ਨਾਨਕ ਦੀ ਹੱਟੀ ਆ ਜਿੱਥੋਂ ਸਭ ਕੁਝ ਪ੍ਰਾਪਤ ਹੁੰਦਾ।
ਤੁਹਾਡੇ ਪਿੰਡ 'ਚ ਕਿੰਨੇ ਕੁ ਪਰਿਵਾਰ ਸਨ ਜਿਹੜੇ ਉਸ ਪਾਸੇ, ਤੇ ਜਦੋਂ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਦਾ ਅੱਗੋਂ ਕਿਵੇਂ ਦਾ ਰਿਸਪੌਂਸ ਸੀ? ਉਹਨਾਂ ਨੇ ਤੁਹਾਡੇ ਨਾਲ ਕਿਸ ਲਹਿਜੇ 'ਚ ਗੱਲਬਾਤ ਕੀਤੀ, ਤੇ ਤੁਹਾਡੇ ਪਿੰਡ ਦੇ ਵਿੱਚ ਬਾਕੀ ਜਿਹੜਾ ਸਿੱਖ ਪਰਿਵਾਰ ਨੇ ਉਹਨਾਂ ਵੱਲੋਂ ਤੁਹਾਡਾ ਕਿਵੇਂ ਦਾ ਸਹਿਯੋਗ ਕੀਤਾ ਗਿਆ? ਦੇਖੋ ਜੀ, ਗੱਲ ਮੈਂ ਇਹੋ ਕਹਿਣਾ ਵੀ 1 ਤੋਂ 2, 2 ਤੋਂ 4, 10, 11 ਪਰਿਵਾਰ ਹੋ ਗਏ ਸੀ, ਪਰ ਜੇ ਅਸੀਂ ਅੱਖਾਂ ਬੰਦ ਕਰ ਲੈਂਦੇ ਤੇ ਹੋ ਸਕਦਾ 11 ਤੋਂ 12, 12 ਤੋਂ 15 ਹੁੰਦਿਆਂ ਬਹੁਤਾ ਟਾਈਮ ਨਹੀਂ ਸੀ ਲੱਗਣਾ ਟਾਈਮ। ਤੇ ਉਹਨਾਂ ਪਰਿਵਾਰਾਂ ਦੇ ਕੋਲ ਅਸੀਂ ਗਏ ਤੇ ਉਹਨਾਂ ਨੇ ਪਹਿਲੇ ਪਰਿਵਾਰ ਨੇ ਤੇ ਇਹੋ ਕੀਤਾ ਵੀ ਤੁਹਾਨੂੰ ਕਿਹਨੇ ਦੱਸਿਆ, ਵੀ ਤੁਹਾਨੂੰ ਕਿਹਨੇ ਸਾਡੇ ਬਾਰੇ ਦੱਸਿਆ, ਹਨਾ। ਚਲੋ ਉਹ ਗੱਲ ਦੱਸਣ ਪੁੱਛਣ ਦੀ ਤੇ ਗੱਲ ਰਹਿ ਗਈ ਵੀ ਪਤਾ ਹੀ ਲੱਗ ਜਾਂਦਾ। ਤੁਸੀਂ ਜਦੋਂ ਜਾਂਦੇ ਜੇ, ਜਦੋਂ ਚਿੱਟੇ ਕੱਪੜੇ ਪਾ ਕੇ ਐਤਵਾਰ ਨੂੰ ਜਦੋਂ ਨਿਕਲਦੇ ਜੇ, ਤੇ ਪਤਾ ਲੱਗ ਹੀ ਜਾਂਦਾ ਵੀ ਅੱਜ ਕਿੱਧਰ ਦੀ ਤਿਆਰੀ ਹੈ, ਉਹ ਤੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ, ਹਨਾ। ਤੇ ਉਹ ਫਿਰ ਉਹਨਾਂ ਨੂੰ ਸਮਝਾਇਆ ਵੀ ਪਤਾ ਤਾਂ ਲੱਗ ਹੀ ਜਾਣਾ, ਤੁਸੀਂ ਪਿੰਡ ਦੇ ਹੀ ਜੇ, ਤੁਸੀਂ ਕਿਹੜਾ ਬਾਹਰੋਂ ਜੇ। ਜਦੋਂ ਤੁਸੀਂ ਜਾਂਦੇ ਜੇ ਐਤਵਾਰ ਪਤਾ ਵੀ ਹੁੰਦਾ ਚਿੱਟੇ ਕੱਪੜੇ ਪਾ ਕੇ ਜਾਣਾ ਕਿੱਥੇ ਹੋਰ, ਠੀਕ ਹੈ ਨਾ। ਤਾਂ ਉਹਨਾਂ ਨੂੰ ਸਮਝਾਇਆ ਆ ਵੀ ਨਹੀਂ, ਤੁਸੀਂ ਵੇਖੋ ਸਾਡੇ ਆਪਣੇ ਪਰਿਵਾਰ ਜੇ ਤੇ ਚੰਗੇ ਨਹੀਂ ਲੱਗੀਦਾ, ਬਾਬੇ ਨਾਨਕ ਦੇ ਨਾਲ ਜੁੜੇ ਆ, ਇੱਕੋ ਧਰਮ ਹੈ ਸਾਡੇ ਨਗਰ ਦੇ ਵਿੱਚ, ਤੇ ਬਾਬੇ ਨਾਨਕ ਦੇ ਝੰਡੇ ਥੱਲੇ ਹੀ ਸਾਰੇ ਰਹਿੰਦੇ ਆ। ਵੇਖੋ ਸਾਡੇ ਵਿੱਚ ਕੋਈ ਵੱਖ ਪਾਤ ਨਹੀਂ ਹੈਗਾ, ਪਰ ਜੇ ਇਹ ਕੰਮ ਹੋਇਆ ਫਿਰ ਤੁਸੀਂ ਸਾਡੇ ਨਾਲੋਂ ਵੱਖ ਜੇ, ਬਿਲਕੁਲ, ਵੀ ਸਾਡਾ ਤੇ ਤੁਹਾਡਾ ਕੋਈ ਮੇਲ ਨਹੀਂ ਹੈ, ਕਿਉਂ ਵੀ ਫਿਰ ਉਹਦੇ ਵਿੱਚ ਵੱਖ ਪਾਤ ਆ ਜਾਂਦਾ। ਕਿੱਥੇ ਇੱਕੋ ਨਗਰ ਪਿਆਰ ਨਾਲ ਰਹਿੰਦਾ ਹੋਵੇ, ਬਾਬੇ ਨਾਨਕ ਦੇ ਝੰਡੇ ਥੱਲੇ ਹੋਵੇ, ਤੇ ਇੱਕ ਧੜਾ ਫਿਰ ਦੂਜੇ ਬੰਨੇ ਚੱਲ ਜਾਵੇ, ਤੇ ਫਿਰ ਵੱਖਵਾਦ ਪਿੰਡ ਵਿੱਚ ਹੋ ਹੀ ਜਾਂਦਾ ਨਾ। ਫਿਰ ਇਹ ਗੱਲ ਉਹਨੇ ਸਮਝਾਈ ਵੀ ਜੇ ਤੂੰ ਸਾਡੇ ਨਾਲ ਰਹਿਣਾ, ਤੇ ਸਾਡੇ ਪਰਿਵਾਰ ਬਣ ਕੇ ਰਹਿਣਾ, ਵੀ ਸਰ ਬਾਬੇ ਨਾਨਕ ਦੇ ਝੰਡੇ ਥੱਲੇ ਸਾਰਿਆਂ ਨੂੰ ਇਕੱਠੇ ਰਹਿਣਾ ਪੈਣਾ। ਤੇ ਉਹਨਾਂ ਨੇ ਇਹ ਗੱਲ ਦਾ ਕਿਹਾ ਵੀ ਆਪਾਂ ਚਲੋ ਗਏ ਸਾਂ, ਮਜਬੂਰੀ ਕਰਕੇ ਗਏ ਸਾਂ, ਚਲੋ ਕੋਈ ਕਿਸੇ ਨੇ ਮਜਬੂਰੀ ਦੱਸੀ, ਕੋਈ ਕਿਸੇ ਨੇ ਦੱਸੀ ਮਜਬੂਰੀ, ਚਲੋ ਮੈਂ ਦੱਸ ਦਿੰਦਾ ਵੀ ਮਜਬੂਰੀ ਕਰਕੇ ਜਦੋਂ ਬੰਦਾ ਡੁੱਬਦੇ ਨੂੰ ਸਹਾਰਾ ਚਾਹੀਦਾ ਆ, ਠੀਕ ਹੈ, ਚਲੋ ਠੀਕ ਆ। ਅਸੀਂ ਵੀ ਗਲਤੀ ਮੰਨ ਲੈਂਦੇ ਵੀ ਹੋ ਸਕਦਾ ਅਸੀਂ ਨਾ ਪਹੁੰਚੇ ਹੋਈਏ ਉਹਨਾਂ ਤੱਕ, ਚਾਹੇ ਉਹ ਸਾਡੇ ਤੱਕ ਨਾ ਪਹੁੰਚੇ ਤੇ ਉਹਨਾਂ ਤੱਕ ਉਹ ਪਹੁੰਚ ਗਏ, ਬਿਲਕੁਲ ਕੋਈ ਤੇ ਉਹਨਾਂ ਤੱਕ ਪਹੁੰਚ ਗਿਆ ਨਾ ਜਿਹਨੇ। ਇਸ ਵਾਸਤੇ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਆਪਾਂ ਹੁਣ ਕੋਈ ਗੱਲ ਨਹੀਂ, ਤੁਹਾਡੇ ਆਪਾਂ ਬਾਬੇ ਨਾਨਕ ਦੇ ਧਰਮ ਨਾਲ ਜੁੜੇ ਸਾਂ, ਜੇ ਅਸੀਂ ਗਏ ਸਾਂ ਤੇ ਆਪਾਂ ਠੀਕ ਆ, ਅੱਜ ਤੋਂ ਉੱਥੇ ਨਹੀਂ ਜਾਂਦੇ, ਤੇ ਜਿੱਥੇ ਆਪਾਂ ਆਪਣੇ ਨਗਰ 'ਚ ਜੁੜੇ ਆ ਸਾਰੇ ਭੈਣ ਭਰਾ ਇਕੱਠੇ ਹੋ ਕੇ ਚੱਲਾਂਗੇ, ਤੇ ਗਾਂਹ ਤੋਂ ਨਹੀਂ ਜਾਂਦੇ। ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਵੀ ਆ, ਤੇ ਐਤਵਾਰ ਪਤਾ ਵੀ ਲੱਗਾ ਆ ਵੀ ਸੰਗਤ ਨਹੀਂ ਚਿੱਟੇ ਕੱਪੜੇ ਪਾ ਕੇ ਨੰਗੀ, ਪਤਾ ਲੱਗ ਹੀ ਜਾਂਦਾ ਹੈ। ਤੇ ਇੱਥੋਂ ਪਤਾ ਲੱਗਦਾ ਵੀ ਸਾਡਾ ਕੁਝ ਅਸਰ ਹੋਇਆ ਹੈ, ਤੇ ਸਾਡੀ ਗੱਲ ਉਹਨਾਂ ਨੇ ਮੰਨ ਵੀ ਲਈ ਆ। ਬਿਲਕੁਲ, ਵੇਖੋ ਕਦਮ ਕਦਮ ਤੁਰ ਕੇ ਹੀ ਮੰਜ਼ਿਲ ਤੇ ਪਹੁੰਚ ਸਕਦੇ ਆ। ਜਿਵੇਂ ਗੁਰੂ ਘਰ ਹੈ ਜਿਹੜਾ, ਉੱਥੇ ਜਿਹੜਾ ਆਤਮਾ ਦੇ ਵਾਸਤੇ, ਜਿਹੜਾ ਬੰਦੇ ਦੀ ਰੂਹ ਦੀ ਖੁਰਾਕ ਆ, ਉੱਥੇ ਗੁਰਬਾਣੀ ਨਿਤਨੇਮ ਚੱਲਦਾ। ਉਸ ਤੋਂ ਇਲਾਵਾ ਬੰਦੇ ਦੀ ਸਰੀਰ ਦੀ ਲੋੜ ਜਿਹੜੀ, ਉੱਥੇ ਲੰਗਰ ਚੱਲਦਾ ਆ, ਉੱਥੇ ਪਾਤਸ਼ਾਹ ਨੇ ਸ਼ਫਾਖਾਨਾ ਖੋਲ੍ਹਿਆ ਆ, ਉੱਥੇ ਵਿੱਦਿਆ ਮਿਲਦੀ ਸੀ। ਜਦੋਂ ਇਹਨਾਂ ਚੀਜ਼ਾਂ ਤੋਂ ਸਿੱਖ ਸੰਸਥਾਵਾਂ ਮੁਨਕਰ ਹੋਈਆਂ, ਤਾਂ ਉਹ ਲੋਕ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦੇ ਪ੍ਰਚਾਰ ਦੇ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜਿਆ, ਚਲੋ ਹਾਲਾਂਕਿ ਜੋੜਨ ਤੋਂ ਬਾਅਦ ਉੱਥੇ ਨਤੀਜੇ ਕੀ ਨਿਕਲੇ ਇਹ ਸਾਰੀ ਦੁਨੀਆ ਦੇ ਸਾਹਮਣੇ ਆ, ਕੋਈ ਇਹ ਲੁਕੀ ਛਿਪੀ ਗੱਲ ਨਹੀਂ। ਪਰ ਜਦੋਂ ਅਸੀਂ ਇੱਥੇ ਢਿੱਲ ਕੀਤੀ ਆ, ਸਾਡੀਆਂ ਸੰਸਥਾਵਾਂ ਨੇ ਢਿੱਲ ਕੀਤੀ ਆ, ਤੇ ਉਹ ਲੋਕਾਂ ਨੇ ਇੱਥੇ ਹੌਲੀ ਹੌਲੀ ਆਪਣੇ ਪੈਰ ਪਸਾਰੇ ਆ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਦਸਮ ਪਾਤਸ਼ਾਹ ਜਦੋਂ ਕਿਸੇ ਨਾਲ ਗੋਸ਼ਟ ਦੇ ਵਿੱਚ ਵੀ ਗੱਲ ਚੱਲਦੀ ਆ, ਤਾਂ ਉੱਥੇ ਇਹ ਵੀ ਕਹਿੰਦੇ ਆ ਕਿ ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਜਦੋਂ ਸੱਚਖੰਡ ਦੇ ਵਿੱਚੋਂ ਔਰੰਗਜ਼ੇਬ ਆਉਂਦਾ ਆ ਇਸ ਮਾਤ ਲੋਕ ਦੇ ਵਿੱਚ, ਤਾਂ ਉਹ ਇਹ ਕਹਿ ਕੇ ਆਉਂਦਾ ਹੈ ਕਿ ਮੈਂ 2 ਤੋਂ 1 ਕਰਕੇ ਸਾਰਾ ਰੌਲਾ ਮੁਕਾਵਾਂਗਾ। ਤਾਂ 2 ਤੋਂ 1 ਕਰਦਿਆਂ ਕਿਹੋ ਜਿਹਾ ਖੂਨ ਖਰਾਬਾ ਹੋਇਆ ਵਾ, ਦੁਨੀਆ 5 ਸਦੀਆਂ ਬਾਅਦ ਵੀ ਉਸ ਚੀਜ਼ ਦੀ ਮਿਸਾਲ ਦਿੰਦੀ ਆ। ਪਰ ਪਾਤਸ਼ਾਹ ਇਹ ਗੱਲ ਕਹਿ ਗਏ ਕਿ ਮੈਂ 2 ਤੋਂ 3 ਕਰਾਂਗਾ, ਤੇ ਉਹਨਾਂ ਨੇ ਜਬਰੀ ਧਰਮ ਪਰਿਵਰਤਨ ਰੋਕਿਆ। ਤੇ ਜੇ ਅੱਜ ਸਾਡੇ ਸਾਹਮਣੇ ਸਿੱਖੀ ਦੇ ਗੜ ਮਾਝੇ ਦੇ ਵਿੱਚ 2 ਤੋਂ 1 ਕਰਨ ਵਾਲਾ ਵਰਤਾਰਾ ਦੁਬਾਰਾ ਵਾਪਰ ਰਿਹਾ, ਵੀ ਲੋਕਾਂ ਨੂੰ ਇੱਕੋ ਪਾਸੇ ਲਿਜਾਇਆ ਜਾ ਰਿਹਾ, ਜਿਹੋ ਜਿਹਾ ਉੱਥੇ ਪ੍ਰਚਾਰ ਕੀਤਾ ਜਾਂਦਾ ਆ, ਉਹ ਵੀਡੀਓ ਸਾਰਿਆਂ ਦੇ ਸਾਹਮਣੇ ਆ। ਤੇ ਜਿਵੇਂ ਧਰਮ ਨਾਲ ਤੋੜਿਆ ਜਾਂਦਾ, ਤੇ ਤੋੜਨ ਤੋਂ ਇਲਾਵਾ ਨਫ਼ਰਤ ਵੀ ਪੈਦਾ ਕੀਤੀ ਜਾਂਦੀ ਆ। ਕਈ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਗੁਟਕਾ ਸਾਹਿਬ ਰੂੜੀ ਤੇ ਸੁੱਟੇ ਜਾਂਦੇ ਨੇ, ਜਿੱਥੇ ਇੰਨੀ ਨਫ਼ਰਤ ਭਰ ਦਿੱਤੀ ਜਾਂਦੀ ਆ ਕਿ ਗੁਰੂ ਘਰ ਤੋਂ ਮਿਲਣ ਵਾਲੀ ਦੇਗ, ਜਿਹੜਾ ਦੁਨੀਆ ਤਰਸਦੀ ਉਸ ਦੇਗ ਵਾਸਤੇ, ਪੰਚਮ ਕੜਾਹ ਪ੍ਰਸ਼ਾਦ, ਉਹ ਤੱਕ ਨਹੀਂ ਲੈਂਦੇ। ਜਿੱਥੇ ਕੁੱਲ ਜਗਤ ਦੇ ਜਿਹੜੇ ਗੁਰੂ ਨੇ, ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਤੋਂ ਲੋਕ ਮੁਨਕਰ ਹੋ ਜਾਂਦੇ ਨੇ। ਅਜਿਹਾ ਪ੍ਰਚਾਰ ਜੇ ਸਿੱਖ ਸੰਸਥਾਵਾਂ ਦੇ ਨੱਕ ਹੇਠੇ ਪ੍ਰਚਾਰ ਹੋ ਰਿਹਾ, ਤਾਂ ਸਾਡੇ ਲਈ ਚਿੰਤਾ ਦਾ ਵਿਸ਼ਾ। ਤੇ ਬੜੇ ਵਧਾਈ ਦੇ ਪਾਤਰ ਨੇ ਇਹ ਵੀਰ ਜਿਨ੍ਹਾਂ ਨੇ ਆਪਣੇ ਨਗਰ 'ਚ ਉਦਮ ਕੀਤਾ ਆ। ਤੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਆ ਕਿ ਇਹਨਾਂ ਦੇ ਨਾਲ ਮੋਢਾ ਜੋੜੀਏ, ਤੇ ਛੋਟਾ ਜਿਹਾ ਪੰਜਾਬ ਆ, ਘੱਟੋ ਘੱਟ ਉਹਨੂੰ ਤਾਂ ਸਾਂਭੀਏ। ਇਸ ਨਗਰ ਦੇ ਕੁਝ ਗੁਰਸਿੱਖ ਵੀਰ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਵੀ ਜੁੜੇ ਨੇ, ਜਿਹੜੇ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਨੇ। ਤੇ ਸਾਡੇ ਨਾਲ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਜਗਰਾਜ ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੇਵਾ ਤੁਹਾਡੇ ਇੱਥੇ ਨੌਜਵਾਨ ਨਿਭਾ ਰਹੇ ਨੇ, ਉਹਨਾਂ ਬਾਰੇ ਜਿਹੜੇ ਤੁਸੀਂ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰੋ। ਇਹ ਅਸੀਂ ਲੰਮੇ ਸਮੇਂ ਤੋਂ ਵਿਚਾਰ ਕਰ ਰਹੇ ਸੀ ਕਿ ਵੱਖ-ਵੱਖ ਕੱਟੜਪੰਥੀ ਜਥੇਬੰਦੀਆਂ ਜਿਹੜੀਆਂ ਸਾਡੇ ਕੌਮ ਦੇ ਉੱਤੇ ਨਿਰੰਤਰ ਹਮਲੇ ਕਰਦੀਆਂ ਰਹਿੰਦੀਆਂ,
ਪਰ ਇਹ ਹਮਲਾ ਜਿਹੜਾ ਬੜਾ ਗੁਪਤ ਤਰੀਕੇ ਦੇ ਨਾਲ ਹੋ ਰਿਹਾ ਸੀ। ਪਰਿਵਾਰ ਈਸਾਈਅਤ ਦੇ ਵਿੱਚ ਚਲਾ ਜਾਂਦਾ ਤੇ ਕੁਝ ਸਾਲਾਂ ਬਾਅਦ, ਕੁਝ ਸਮੇਂ ਬਾਅਦ ਇਸ ਚੀਜ਼ ਦਾ ਪਤਾ ਲੱਗਦਾ ਸੀ, ਕਿਉਂਕਿ ਉਹਨਾਂ ਦੀ ਜਿਹੜੀ ਬਾਹਰੀ ਦਿੱਖ ਸੀ ਉਹ ਸਿੱਖਾਂ ਵਾਲੀ ਰਹਿੰਦੀ ਸੀ, ਪਰ ਅੰਦਰਲਾ ਜਿਹੜਾ ਵਿਸ਼ਵਾਸ ਆ ਉਹ ਕਿਤੇ ਨਾ ਕਿਤੇ ਤਬਦੀਲ ਹੋ ਜਾਂਦਾ ਤੇ ਕਈ ਥਾਵਾਂ ਦੇ ਉੱਤੇ ਉਹ ਧਰਮ ਦੇ ਪ੍ਰਤੀ ਨਫ਼ਰਤ ਦੇ ਵਾਂਗ ਵੀ ਫੁੱਟ ਪੈਂਦਾ ਸੀ। ਇਹਦੇ ਉੱਤੇ ਵਿਚਾਰ ਕੀਤੀ, ਪਰ ਸਾਨੂੰ ਲੱਭ ਨਹੀਂ ਸੀ ਰਿਹਾ ਢੰਗ ਤਰੀਕਾ ਕਿ ਕਿਸ ਤਰੀਕੇ ਨਾਲ ਇਸ ਹੱਲੇ ਨੂੰ ਰੋਕਿਆ ਜਾਵੇ। ਇਸ ਪਿੰਡ ਦੇ ਨੌਜਵਾਨ ਸਾਡੀ ਜਥੇਬੰਦੀ ਦੇ ਨਾਲ ਜੁੜੇ ਆ, ਇਹਨਾਂ ਨੇ ਇੱਕ ਵਧੀਆ ਰਸਤਾ ਕੌਮ ਦੇ ਨੌਜਵਾਨਾਂ ਨੂੰ ਦੱਸਿਆ ਕਿਸ ਤਰੀਕੇ ਦੇ ਨਾਲ ਅਸੀਂ ਈਸਾਈਅਤ ਦੇ ਇਸ ਹਮਲੇ ਨੂੰ ਰੋਕ ਸਕਦੇ ਹਾਂ। ਉਹਦਾ ਕਾਰਨ ਜਥੇਬੰਦੀਆਂ ਵੀ ਆ ਤੇ ਕਿਤੇ ਨਾ ਕਿਤੇ ਅਸੀਂ ਵੀ ਆ। ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸੰਗਤ ਦਾ ਸਿਧਾਂਤ ਬਖਸ਼ਿਆ, ਸੰਗਤ ਦੇ ਵਿੱਚ ਆਉਣ ਦਾ ਕਾਰਨ ਇਕੱਲਾ ਗੁਰਮਤਿ ਸਮਾਗਮਾਂ ਦੇ ਵਿੱਚ ਬਹਿ ਕੇ ਲੰਗਰ ਛਕਣਾ ਇੱਥੋਂ ਤੱਕ ਨਹੀਂ ਸੀ। ਅਸੀਂ ਸਮਾਗਮ ਤੇ ਪ੍ਰਚਾਰ ਨੂੰ ਵੀ ਇੱਕ ਐਂਟਰਟੇਨਮੈਂਟ ਵਜੋਂ ਲੈ ਲਿਆ। ਜਿਹੜਾ ਪ੍ਰਚਾਰਕ ਵਧੀਆ ਗੱਲਾਂ ਕਿਸੇ ਤੇ ਲਾ ਕੇ ਕਰਦਾ, ਅਸੀਂ ਉਹਨੂੰ ਹੀ ਬੁਲਾਉਂਦੇ ਹਾਂ ਤੇ ਉਹਦੀ ਹੀ ਗੱਲਬਾਤ ਸੁਣਦੇ ਹਾਂ। ਪਰ ਜੋ ਸਿਧਾਂਤ ਦੀ ਗੱਲ ਆ ਉਹਦੇ ਨਾਲੋਂ ਕਿਤੇ ਨਾ ਕਿਤੇ ਅਸੀਂ ਆਪ ਵੀ ਟੁੱਟੇ ਹੋਏ ਆ। ਸੰਗਤ ਦੇ ਵਿੱਚ ਆਉਣ ਦਾ ਕਾਰਨ ਇਹ ਸੀ ਪਰਿਵਾਰਾਂ ਦਾ ਆਪਸ ਦੇ ਵਿੱਚ ਪਰਸਪਰ ਮੇਲ ਹੋਣਾ, ਇੱਕ ਦੂਜੇ ਦੇ ਦੁੱਖ ਸੁੱਖ ਨੂੰ ਜਾਣਨਾ। ਇਹ ਅਸੀਂ ਚੀਜ਼ ਛੱਡ ਦਿੱਤੀ। ਜਿਹੜੇ ਪਿੰਡਾਂ ਦੇ ਸਾਡੇ ਗਰੀਬ ਭਰਾ ਸਨ, ਪਰਿਵਾਰ ਸਨ, ਉਹਨਾਂ ਤੋਂ ਸਾਡਾ ਜਿਹੜਾ ਵਖੇੜਾ ਉਹ ਲੰਮੇ ਸਮੇਂ ਤੋਂ ਬਣਦਾ ਜਾ ਰਿਹਾ ਤੇ ਇਹ ਬੜਾ ਚਿੰਤਾ ਦਾ ਵਿਸ਼ਾ, ਕਿਉਂਕਿ ਸੰਗਤ ਦੇ ਵਿੱਚ ਵੀ ਕਈ ਤਰ੍ਹਾਂ ਦੇ ਭੇਦਭਾਵ ਕੀਤੇ ਜਾਣ ਲੱਗ ਪਏ। ਇਸ ਚੀਜ਼ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਜਿਹੜੇ ਸਾਡੇ ਪਿੰਡਾਂ ਦੇ ਸੱਜਣ ਮਿੱਤਰ ਭੈਣ ਭਰਾ ਜਿਹੜੇ ਗਰੀਬ ਨੇ, ਆਰਥਿਕ ਪੱਖੋਂ ਬੜੀਆਂ ਮੁਸ਼ਕਲਾਂ ਹੁੰਦੀਆਂ ਪਰਿਵਾਰਾਂ ਦੇ ਵਿੱਚ, ਉਹ ਕਈ ਵਾਰੀ ਨਹੀਂ ਆ ਪਹੁੰਚ ਕਰਦੇ, ਸ਼ਰਮ ਨੂੰ ਲੈ ਲਓ ਜਾਂ ਕਿਸੇ ਸੰਗ ਨੂੰ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਆਪਸ ਦੀ ਪਹੁੰਚ ਨਹੀਂ ਕਰਦੇ। ਪਰ ਪਿੰਡ ਪਿੰਡ ਨੌਜਵਾਨਾਂ ਵੱਲੋਂ ਕੋਈ ਇਹੋ ਜਿਹੀ ਆਪਣੀ ਕਮੇਟੀ ਬਣਾਈ ਜਾਵੇ ਜਾਂ ਇੱਕ ਗਰੁੱਪ ਬਣਾਇਆ ਜਾਵੇ ਜਿਨ੍ਹਾਂ ਦਾ ਇਹੋ ਕੰਮ ਹੋਵੇ ਕਿ ਪਰਿਵਾਰਾਂ ਦੇ ਨਾਲ ਅਸੀਂ ਮੇਲ ਜੋਲ ਰੱਖਣਾ। ਇਹਨਾਂ ਦੀਆਂ ਤਕਲੀਫਾਂ ਕੀ ਆ, ਕਿਸੇ ਨੂੰ ਇਲਾਜ ਦੀ ਲੋੜ ਆ ਜਾਂ ਛੋਟੇ ਛੋਟੇ ਕਾਗਜ਼ ਪੱਤਰਾਂ ਦੇ ਕੰਮ ਕਾਰ ਜਿਹੜੇ ਆ ਜਿਨ੍ਹਾਂ ਦੀ ਉਹ ਪਹੁੰਚ ਨਹੀਂ ਹੁੰਦੀ, ਉਹ ਕਰਵਾ ਕੇ ਦਿੱਤੇ ਜਾਣ। ਉਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਅਸੀਂ ਜਦੋਂ ਸ਼ਰੀਕ ਹੋਵਾਂਗੇ ਤੇ ਉਹਨਾਂ ਨੂੰ ਇਹ ਨਹੀਂ ਲੱਗੂਗਾ ਕਿ ਅਸੀਂ ਇਹਨਾਂ ਤੋਂ ਨੀਵੇਂ ਆ ਜਾਂ ਅਸੀਂ ਇਹਨਾਂ ਤੋਂ ਵੱਖਰੇ ਆ। ਇਹ ਨੌਜਵਾਨ ਉਪਰਾਲਾ ਕਰਦੇ ਰਹਿੰਦੇ ਆ, ਪਿੰਡ ਦੇ ਪਰਿਵਾਰਾਂ ਦੇ ਨਾਲ ਪਹੁੰਚ ਕਰਕੇ ਉਹਨਾਂ ਦੇ ਜਿਹੋ ਜਿਹੇ ਵੀ ਮਸਲੇ ਨੇ ਉਹਨਾਂ ਨੂੰ ਹੱਲ ਕਰਦੇ ਆ ਆਪਣੇ ਪੱਧਰ ਉੱਤੇ, ਕਿਉਂਕਿ ਸੰਗਤ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆ। 100 50 ਹਜ਼ਾਰ ਇਕੱਠਾ ਕਰਕੇ ਤੇ ਮੌਕੇ ਦੇ ਉੱਤੇ ਹੀ ਕਿਸੇ ਵੀ ਮੁਸੀਬਤ ਦਾ ਨਿਪਟਾਰਾ ਕੀਤਾ ਜਾ ਸਕਦਾ। ਜਦੋਂ ਪਰਿਵਾਰਾਂ ਦੇ ਨਾਲ ਮੇਲ ਮਿਲਾਪ ਹੋਊਗਾ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਸਿੱਖੀ ਨੂੰ ਛੱਡ ਕੇ ਦੂਸਰੇ ਪਾਸੇ ਈਸਾਈਅਤ ਵਾਲੇ ਪਾਸੇ ਜਾਊਗਾ। ਇਹ ਲੋਕਾਂ ਦਾ ਵਿਸ਼ਵਾਸ ਵੀ ਈਸਾਈਅਤ ਉੱਤੇ ਨਹੀਂ ਬਣਦਾ, ਸਿਰਫ ਤੇ ਸਿਰਫ ਕਿਸੇ ਲੋੜ ਕਰਕੇ, ਕਿਸੇ ਮਜਬੂਰੀ ਕਰਕੇ ਇਹਨਾਂ ਨੂੰ ਜੁਆਇਨ ਕਰਦੇ ਆ। ਤੇ ਇਹ ਵੀ ਸਾਨੂੰ ਕੁਝ ਪਰਿਵਾਰਾਂ ਤੋਂ ਪਤਾ ਲੱਗਾ ਕਿ ਇਹਨਾਂ ਕੋਲੋਂ ਐਫੀਡੇਵਿਟ ਵੀ ਬਣਵਾਏ ਜਾਂਦੇ ਆ, ਪਰ ਕਿਸੇ ਵੀ ਧਰਮ ਨੂੰ ਜੁਆਇਨ ਕਰਨ ਲੱਗਿਆ ਐਫੀਡੇਵਿਟ ਨਹੀਂ ਬਣਵਾਏ ਜਾਂਦੇ, ਸਿਰਫ ਇੱਥੇ ਬਣਾਏ ਜਾਂਦੇ ਆ। ਐਫੀਡੇਵਿਟ ਤਾਂ ਬਣਵਾਏ ਜਾਂਦੇ ਹੋਣਗੇ, ਹੋ ਸਕਦਾ ਇਹਨਾਂ ਨੂੰ ਕੁਝ ਸੰਸਥਾਵਾਂ, ਕੁਝ ਸੰਪਰਦਾਵਾਂ ਪਿੱਛੋਂ ਫੰਡਿੰਗ ਕਰਦੀਆਂ ਹੋਣਗੀਆਂ ਜੋ ਕਰੋੜਾਂ ਦੇ ਵਿੱਚ ਹੁੰਦੀ ਆ, ਤੇ ਗੱਲ ਕੋਈ ਲੁਕੀ ਛਿਪੀ ਦੀ ਆ। ਲੋਕਾਂ ਨੂੰ ਖਰੀਦਿਆ ਜਾਂਦਾ, ਇੱਕ ਵਪਾਰ ਹੋ ਰਿਹਾ ਪਾਸਟਰਾਂ ਦੇ ਵੱਲੋਂ ਜਾਦੂ ਟੂਣੇ ਵਿਖਾ ਕੇ। ਇਹ ਕਾਨੂੰਨ ਹੈ ਭਾਰਤ ਦੇ ਅੰਦਰ, ਜਾਦੂ ਟੂਣੇ ਦੇ ਨਾਲ ਕਿਸੇ ਦਾ ਵੀ ਇਲਾਜ ਨਹੀਂ ਕੀਤਾ ਜਾ ਸਕਦਾ, ਕਿਸੇ ਦੀ ਵੀ ਜ਼ਿੰਦਗੀ ਖਤਰੇ ਦੇ ਵਿੱਚ ਨਹੀਂ ਪਾਈ ਜਾ ਸਕਦੀ। ਬੜੀਆਂ ਘਟਨਾਵਾਂ ਵਾਪਰਦੀਆਂ ਇੰਟਰਨੈਟ ਦੇ ਉੱਤੇ, ਇਹੋ ਜਿਹੀਆਂ ਟ੍ਰਿਕਾਂ ਵਿਖਾਉਂਦੇ ਆ ਕਿ ਅਸੀਂ ਜਾਦੂ ਟੂਣੇ ਦੇ ਨਾਲ ਲੋਕਾਂ ਦਾ ਇਲਾਜ ਕਰ ਦਿੰਦੇ ਹਾਂ, ਪਰ ਇਹ ਕਾਨੂੰਨਨ ਇੱਕ ਜੁਰਮ ਹੈ। ਕਿਸੇ ਦੀ ਜ਼ਿੰਦਗੀ ਖਤਰੇ ਵਿੱਚ ਨਹੀਂ ਪਾਈ ਜਾ ਸਕਦੀ। ਜਿੱਥੇ ਉਹਦਾ ਮੈਡੀਕਲ ਇਲਾਜ ਆ, ਉਹਨੂੰ ਮੈਡੀਕਲ ਇਲਾਜ ਦੀ ਹੀ ਜ਼ਰੂਰਤ ਪੂਰੀ ਕਰਨੀ ਚਾਹੀਦੀ ਹੈ। ਇਹ ਮਸਲੇ ਨੂੰ ਲੈ ਕੇ ਅਸੀਂ ਬੜੀ ਵਿਚਾਰ ਕੀਤੀ ਤੇ ਨੌਜਵਾਨਾਂ ਨੇ ਜੋ ਉਪਰਾਲਾ ਕੀਤਾ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ। ਤੇ ਹੋਰ ਵੀ ਨਗਰਾਂ ਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਸਾਡੀ ਮਦਦ ਦੀ ਜ਼ਰੂਰਤ ਹੋਵੇ, ਆਪਾਂ ਉਹਨਾਂ ਦੀ ਜ਼ਰੂਰ ਮਦਦ ਕਰਾਂਗੇ। ਅੱਜ ਇਹਨਾਂ ਵੀਰਾਂ ਦੇ ਕੋਲ ਪਹੁੰਚੇ, ਇਹਨਾਂ ਦਾ ਸਨਮਾਨ ਕਰਾਂਗੇ। ਤੇ ਭਾਈ ਬਲਜਿੰਦਰ ਸਿੰਘ ਜੀ ਜਿਹੜੇ ਲੰਮਾ ਸਮਾਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਸਟੇਜ ਸੈਕਟਰੀ ਦੀ ਡਿਊਟੀ ਨਿਭਾਉਂਦੇ ਰਹੇ, ਤੇ ਇਹਨਾਂ ਨੇ ਨੌਜਵਾਨਾਂ ਦੀ ਅਗਵਾਈ ਕਰਕੇ ਇਸ ਕੰਮ ਨੂੰ ਸਿਰੇ ਚਾੜਿਆ ਤੇ ਇੱਕ ਰਾਹ ਦੱਸਿਆ ਕਿ ਕਿਵੇਂ ਆਪਾਂ ਇਸ ਈਸਾਈਅਤ ਦੇ ਹਮਲੇ ਨੂੰ ਰੋਕ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।